ओंकार एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। वाहिगुरु साहिब जीओ। गौड़ी कबीर जी मन का सुभाऊ मनै मार कवण सिद्ध थापी कवण सो मन जो मन मारे मन को मार कहूँ किस तारै रहाओ कवण सो मन जो मन मारै मन को मार कहूँ किस तारै रहाओ मन अंतर बोले सब कोई मन मारे बिन भगत ना होई कहो कबीर जो जाने भियो मन मधुसूदन तिर भवन देओ कहो कबीर जो जाने भियो मन मधुसूदन तिर भवन देओ। वाहिगुरु जी का खालसा वाहिगुरु जी की फतेह। अज दी जूम क्लास के उत्ते सिख मिशनरी कॉलेज वालों आयोजित इस गुरमत क्लास दे विच दास नछत्र सिंह वालों सारे वीरां नूं संगतां नूं हथ जोड़ के फतेह प्रवान करो जी। वाहिगुरु जी का खालसा वाहिगुरु जी की फतेह। अज दा पावन मुबारक बचन जो आपां विचार अधीन लिया है भगत कबीर जी दा गौड़ी राग दे अंदर गुरु ग्रंथ साहब जी दी पावन पन्ना 328 29 दे उत्ते शोभायमान है। रहाऊ वाला बंद जो कि शब्द दा केंद्री भाव होया करदा है उस दे अंदर भगत कबीर जी समझाउणा करदे ने। मन दी गल करदियां होयां भगत कबीर जी कहंदे ने कवन सो मन जो मन मारे मन को मार कहो किस तारे रहाओ। भगत कबीर जी कहते ने कवन सो मुन मुन का अर्थ है मुनि। वो केड़ा मुनि है जो मन नू मारदा है जो मन मारे जो मन नू मारदा है। मन को मार कहो किस तारे मन नू मार करके वो किस नू उतारदा है। मन दी इस पावन बचन दे अंदर भगत कबीर जी ने गल कीती है रहाऊ वाले बंद दे अंदर और बाकी बंदा दे विच भी भगत कबीर जी ने मन की गल कीती है। सो सब तो पहला सानू ये समझना पवेगा कि मन है की। जदों असी वख-वख विद्वानां नूं पढ़दे हां जां फिर वख-वख मतां नूं पढ़दे हां ते उन्हां मतां दे विच साडे सन्मुख उन्हां ने ये गल रखी है कि मन वो शक्ति है जिस नाल मनुख नूं दुख सुख संकल्प इच्छा राग द्वेष बोध अति विचार का अनुभव हुंदा है। वख-वख धर्मां ने वख-वख फिरकियां ने इसकी गल जिहड़ी है वो वख-वख रखी है ते इस पावन बचन दे अंदर जो मन की गल कीती है ते उहदे संबंध दे विच ये मन जिहड़ा है ये एक अदृश्य शक्ति है मनुख दे शरीर का बहुत ही सूक्ष्म अंश है। कंठ उपनिषद दे विच लिखिया होया है
ਵੀ ਮਨ ਜਿਹੜਾ ਹੈ ਉਹ ਇੰਦਰੀਆਂ ਦੀ ਲਗਾਮ ਹੈ, ਭਾਵ ਸਾਡੀਆਂ ਇੰਦਰੀਆਂ ਨੂੰ ਚਲਾਉਣ ਵਾਲਾ ਹੈ। ਸ਼ਾਖ ਦਰਸ਼ਨ ਵਾਲੇ ਜਿਹੜੇ ਕਹਿੰਦੇ ਨੇ ਵੀ ਸਾਡੀਆਂ 5 ਕਰਮ ਇੰਦਰੀਆਂ ਨੇ ਤੇ 5 ਹੀ ਸਾਡੀਆਂ ਗਿਆਨ ਇੰਦਰੀਆਂ ਨੇ, ਤੇ 11ਵੀਂ ਜਿਹੜੀ ਇਹ ਇੰਦਰੀ ਹੈ ਮਨ, ਇਹ 5 ਗਰਮ ਇੰਦਰੀਆਂ ਤੇ 5 ਗਿਆਨ ਇੰਦਰੀਆਂ ਦੀ ਅਗਵਾਈ ਕਰਦਾ ਹੈ। ਯੋਗ ਦਰਸ਼ਨ ਵਾਲੇ ਇਸ ਨੂੰ ਚਿੱਤ ਆਖਦੇ ਨੇ, ਤੇ ਭਗਵਤ ਗੀਤਾ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਮਨ ਜਿਹੜਾ ਹੈ ਉਹ ਬੜਾ ਬਲਵਾਨ ਹੈ, ਦ੍ਰਿੜ ਹੈ ਅਤੇ ਚੰਚਲ ਹੈ। ਤੇ ਜਦੋਂ ਅਸੀਂ ਪਾਵਨ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ ਤੇ ਸਤਿਗੁਰੂ ਮਹਾਰਾਜ ਇਸ ਚੰਚਲ ਮਨ ਦੀ ਗੱਲ ਸਾਡੇ ਸਨਮੁਖ ਬਾਰ-ਬਾਰ ਰੱਖਦੇ ਨੇ, ਕਿਉਂਕਿ ਇਹ ਮਨ ਜਿਹੜਾ ਹੈ ਇਹ ਇੰਦਰੀਆਂ ਦੇ ਰਾਹੀਂ ਭੋਗ ਕਰਵਾਉਂਦਾ ਹੈ। ਮਨ ਦੇ ਅੰਦਰ ਜਦੋਂ ਇਹ ਸੰਕਲਪ ਪੈਦਾ ਹੁੰਦਾ ਹੈ ਕਿਸੇ ਵਸਤੂ ਦਾ, ਤੇ ਭੋਗਣ ਯੋਗ ਵਸਤੂ ਦੀ ਕਾਮਨਾ ਕਰਨਾ ਮਨ ਦਾ ਮਨੋਰਥ ਹੈ, ਜਿਹਨੂੰ ਆਪਾਂ ਦੂਜੇ ਸ਼ਬਦਾਂ ਦੇ ਵਿੱਚ ਆਪਾਂ ਵਾਸ਼ਨਾ ਕਹਿੰਦੇ ਨੇ। ਇਹ ਵਾਸ਼ਨਾ ਦੇ ਅਧੀਨ ਹੋ ਕੇ ਚੱਲਦਾ ਹੈ, ਤੇ ਇਹ ਵਾਸ਼ਨਾ ਹੀ ਜਦੋਂ ਵੱਧ ਜਾਂਦੀ ਹੈ ਕਿਸੇ ਵੀ ਚੀਜ਼ ਦੀ, ਤੇ ਉਹ ਸਾਡੇ ਸਰੀਰ ਦੇ ਅੰਦਰ ਵਿਕਾਰ ਪੈਦਾ ਕਰ ਦਿੰਦੀ ਹੈ। ਸਾਡੇ ਸਰੀਰ ਦੇ ਅੰਦਰ ਜਿਹੜਾ ਹੈ ਉਹ ਰੋਗ ਪੈਦਾ ਕਰ ਦਿੰਦੀ ਹੈ। ਤੇ ਵਿਦਵਾਨ ਪੁਰਸ਼ ਇਹ ਗੱਲ ਮੰਨਦੇ ਨੇ ਵੀ ਇੱਕ ਰੋਗ ਜਿਹੜੇ ਨੇ ਉਹ ਆਦ ਰੋਗ ਨੇ, ਤੇ ਦੂਸਰੇ ਜਿਹੜੇ ਨੇ ਉਹ ਵਿਆਦ ਰੋਗ ਨੇ। ਭਾਵ ਆਦ ਰੋਗ ਦਾ ਮਤਲਬ ਜਿਹੜੇ ਮਨ ਦੇ ਰੋਗ ਨੇ, ਤੇ ਦੂਸਰੇ ਵਿਆਦ ਰੋਗ ਜਿਹੜੇ ਨੇ ਉਹ ਤਨ ਦੇ ਰੋਗ ਨੇ। ਤੇ ਜਿਹੜੇ ਮਨ ਦੇ ਰੋਗ ਨੇ ਉਹਨਾਂ ਦੇ ਵਿੱਚੋਂ 5 ਜਿਹੜੇ ਨੇ ਉਹ ਸਤਿਗੁਰੂ ਦੀ ਪਾਵਨ ਬਾਣੀ ਇਹ ਗੱਲ ਕਹਿੰਦੀ ਹੈ ਕਿ ਉਹ ਬੜੇ ਅਸਾਧ ਨੇ, ਭਾਵ ਇਹਨਾਂ ਨੂੰ ਮਾਰਨੇ ਬੜੇ ਔਖਾ ਹੈ। ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਵਿੱਚ ਕਹਿੰਦੇ ਨੇ, ਪੰਜ ਵਿਕਾਰ ਮਨ ਮੈਂ ਵਸੇ, ਰਾਚੇ ਮਾਇਆ ਰੰਗ, ਸਾਧ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕੀ ਰੰਗ। ਉਹ ਜਿਹੜੇ 5 ਵਿਕਾਰ ਨੇ ਮਨ ਦੇ ਵਿੱਚ ਰਸੇ ਹੋਏ ਤੇ ਮਾਇਆ ਸੰਗ ਇਹ ਰਚੇ ਹੋਏ ਨੇ, ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਾਧ ਸੰਗ ਹੋਏ ਨਿਰਮਲਾ। ਤੇ ਜਦੋਂ ਮਨੁੱਖ ਸਤ ਸੰਗਤ ਦੇ ਵਿੱਚ ਜਾਂਦਾ ਹੈ ਤੇ ਪਰਮੇਸ਼ਰ ਪ੍ਰਭੂ ਦੇ ਰੰਗ ਦੇ ਵਿੱਚ, ਉਹਦੇ ਨਾਮ ਰੰਗ ਦੇ ਵਿੱਚ ਜਦੋਂ ਜੁੜਦਾ ਹੈ ਸਤ ਸੰਗਤ ਦੇ ਵਿੱਚ ਜਾ ਕੇ, ਫਿਰ ਇਹਦਾ ਮਨ ਜਿਹੜਾ ਹੈ ਉਹ ਨਿਰਮਲ ਹੋ ਜਾਂਦਾ ਹੈ। ਉਹ ਫਿਰ ਜਿਹੜੇ ਵਿਕਾਰ ਨੇ ਉਹ ਕਾਬੂ ਦੇ ਵਿੱਚ ਆ ਜਾਂਦੇ ਨੇ। 5 ਅਸਾਧ ਰੋਗ ਜਿਹੜੇ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਜਿਹੜੇ ਨੇ ਇਹ ਵਸ ਦੇ ਵਿੱਚ ਆ ਜਾਂਦੇ ਨੇ, ਕਿਉਂਕਿ ਮਨ ਜਿਹੜਾ ਹੈ ਉਹ ਇੰਦਰੀਆਂ ਦੇ ਨਾਲ ਮਿਲ ਕੇ ਜੀਵ ਨੂੰ ਵਿਸ਼ਿਆਂ ਦਾ ਭੋਗ ਕਰਵਾਉਂਦਾ ਹੈ, ਅਤੇ ਇਤਨਾ ਕੁ ਬਲਵਾਨ ਹੈ ਕਿ ਇਹਦੇ ਜਿੱਤਣਾ ਜਿਹੜਾ ਹੈ, ਇਹਨੂੰ ਵਸ ਦੇ ਵਿੱਚ ਕਰਨਾ ਜਿਹੜਾ ਹੈ ਉਹ ਬੜਾ ਔਖਾ ਹੈ। ਇਹਨੂੰ ਵਸ ਦੇ ਵਿੱਚ ਕਰਨ ਵਾਸਤੇ ਬੜੇ ਯਤਨ ਕਰਨੇ ਪੈਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਵਨ ਬਾਣੀ ਜਪਜੀ ਸਾਹਿਬ ਦੇ ਵਿੱਚ 28ਵੀਂ ਪੌੜੀ ਦੇ ਵਿੱਚ ਇਸ ਮਨ ਨੂੰ ਜਿੱਤਣ ਦਾ ਜਿਹੜਾ ਹੈ ਉਹ ਬਰਾਬਰ ਦਾ ਦਿੱਤੀ ਹੈ ਉਹ ਜਗ ਜਿੱਤਣ ਦੀ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਮਨ ਜੀਤੈ ਜਗ ਜੀਤ। ਵੀ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ, ਮਨ ਨੂੰ ਉਹਨੇ ਸੰਸਾਰ ਦੇ ਅੰਦਰ ਜਗ ਨੂੰ ਜਿੱਤ ਲਿਆ, ਕਿਉਂਕਿ ਔਖਾ ਬਹੁਤ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜੇਕਰ ਮਨ ਨੂੰ ਜਿੱਤਣਾ ਹੈ ਤੇ ਫਿਰ ਕਰਨਾ ਕੀ ਪਵੇਗਾ, ਕਿਉਂਕਿ ਇਹ ਮਨ ਜਿਹੜਾ ਹੈ ਇਹ ਸਰੀਰ ਦਾ ਰਾਜਾ ਹੈ, ਪੱਕੇ ਕਿਲੇ ਦੇ ਵਿੱਚ ਬੈਠਾ ਹੋਇਆ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜਾ। ਸਤ ਤੇ ਸੰਤੋਖ ਇਹ ਗੁਣ ਸਾਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨੇ ਪੈਣਗੇ। ਜਿਹੜੀ ਗੁਣ ਸਤਿਗੁਰੂ ਮਹਾਰਾਜ ਨੇ ਮੁਦਾਵਣੀ ਦੇ ਵਿੱਚ ਸਾਡੇ ਸਨਮੁਖ ਰੱਖੇ ਨੇ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜਿਹੜਾ ਸਾਰਿਆਂ ਦਾ ਆਧਾਰ ਹੈ, ਇਹ 3 ਗੁਣ ਜਿਹੜੇ ਨੇ ਉਹਨਾਂ ਦੇ ਵਿੱਚੋਂ ਸਤ ਤੇ ਸੰਤੋਖ, ਆਚਰਨ ਨੂੰ ਉੱਚਾ ਚੁੱਕਣਾ ਤੇ ਤ੍ਰਿਸ਼ਨਾ ਵੱਲੋਂ ਆਪਣੇ ਮਨ ਨੂੰ ਮਾਰ ਲੈਣਾ, ਭਾਵ ਸੰਤੋਖ ਦੇ ਵਿੱਚ ਆ ਜਾਣਾ, ਜਿਹੜਾ ਕਿ ਗੁਰੂ ਦੇ ਸ਼ਬਦ ਦੇ ਰਾਹੀਂ ਸੰਭਵ ਹੈ।
सतगुरु महाराज कहते ने भी जदों सत संतोख लै लड़ने लगा, सत ते संतोख दो हथियार लैके फिर इस विकारां दे नाल लड़न लगा, तोरे दोए दरवाजा, दोवें दरवाजे फिर तोड़ टुट जाते ने साध संगत और गुर की किरपा ते। क्योंकि इस पावन बचन दे विच जो रहाऊ वाला बंद है, ਉਹਦੇ ਵਿੱਚ ਭਗਤ ਕਬੀਰ ਜੀ ਨੇ ਪਹਿਲਾਂ ਸਵਾਲ ਕੀਤਾ ਹੈ, ਕਵਨ ਸੋ ਮੁਨ ਜੋ ਮਨ ਮਾਰੇ, ਕਿਹੜਾ ਉਹ ਮੁਨੀ ਹੈ ਜਿਹੜਾ ਮਨ ਨੂੰ ਮਾਰ ਲਵੇ, ਤੇ ਇਹ ਮਨ ਮਾਰ ਕੇ ਜਿਹੜਾ ਹੈ ਕਹੋ ਕਿਸ ਤਾਰੇ, ਕਿਹਦਾ ਇਹ ਲਾਭ ਕਰਦਾ ਹੈ, ਕੀ ਇਹ ਜੀਵਨ ਦੇ ਅੰਦਰ ਸਹਾਇਤਾ ਕਰਦਾ ਹੈ। ਤੇ ਭਗਤ ਕਬੀਰ ਜੀ ਨੇ ਇਹ ਜਿਹੜਾ ਹੈ ਸਵਾਲ ਕੀਤਾ ਹੈ। ਸਵਾਲ ਕਰਨ ਦਾ ਮਤਲਬ ਇਹ ਹੈ ਕਿ ਦੁਨੀਆ ਦੇ ਲੋਕ ਉਹ ਵੀ ਸਨ ਜਿਹੜੇ ਜੰਗਲਾਂ ਦੇ ਵਿੱਚ, ਜਿਹੜੇ ਪਹਾੜਾਂ ਦੇ ਵਿੱਚ ਚਲੇ ਗਏ ਤੇ ਪਹਾੜਾਂ ਜੰਗਲਾਂ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੇ ਮਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਇਕਾਂਤ ਦੇ ਵਿੱਚ ਰਹਿ ਕਰਕੇ, ਇਕੱਲਿਆਂ ਵਿੱਚ ਰਹਿ ਕੇ, ਗ੍ਰਸਤ ਮਾਰਗ ਨੂੰ ਛੱਡ ਕਰਕੇ। ਭਗਤ ਕਬੀਰ ਜੀ ਨੇ ਅਸਲ ਦੇ ਵਿੱਚ ਇਹ ਰਹਾਉ ਵਾਲਾ ਬੰਦ ਉਹਨਾਂ ਦੇ ਉੱਤੇ ਸਵਾਲ ਕੀਤਾ ਹੈ ਵੀ ਇਸ ਤਰੀਕੇ ਨਾਲ ਜਿਹੜਾ ਮਨ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਉਹ ਕਿਹੜਾ ਮੁਨੀ ਹੈ, ਕਿਉਂਕਿ ਇਸ ਤਰ੍ਹਾਂ ਮਨ ਜਿਹੜਾ ਹੈ ਉਹ ਨਹੀਂ ਮਾਰਿਆ ਜਾ ਸਕਦਾ। ਹੁਣ ਇੱਥੇ ਸਤਿਗੁਰੂ ਮਹਾਰਾਜ ਜੀ ਨੇ ਮਨ ਮਾਰਨ ਦੀ ਗੱਲ ਕੀਤੀ ਹੈ, ਸਾਧ ਸੰਗਤ ਔਰ ਗੁਰੂ ਦੀ ਕਿਰਪਾ, ਪਰਮੇਸ਼ਰ ਦੀ ਕਿਰਪਾ ਦੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਕੜਿਓ ਗੜ ਕੋ ਰਾਜਾ, ਉਹ ਗੜ ਦਾ ਰਾਜਾ ਮਨ ਜਿਹੜਾ ਹੈ, ਪੱਕੇ ਕਿਲੇ ਦਾ ਰਾਜਾ ਜਿਹੜਾ ਹੈ ਉਹ ਪਕੜਿਆ ਜਾ ਸਕਦਾ ਹੈ। ਨਹੀਂ ਤੇ ਹੋਰ ਜਿਹੜੇ ਮਨੁੱਖ ਯਤਨ ਕਰਦੇ ਸਨ ਸਰੀਰ ਨੂੰ ਤਪ ਦੇ ਕਰਕੇ, ਸਰੀਰ ਨੂੰ ਭੁੱਖਿਆਂ ਰੱਖ ਕਰਕੇ, ਜਾਂ ਹੋਰ ਅਨੇਕਾਂ ਹੋਰ ਯਤਨ ਜਿਹੜੇ ਉਹ ਕਰਦੇ ਸਨ, ਉਹ ਯਤਨ ਕਾਮਯਾਬ ਸਤਿਗੁਰੂ ਮਹਾਰਾਜ ਕਹਿੰਦੇ ਨਹੀਂ ਹੁੰਦੇ। ਇਸ ਮਨ ਨੂੰ ਕਾਬੂ ਕਰਨ ਵਾਸਤੇ ਸਤ ਸੰਗਤ ਔਰ ਗੁਰੂ ਦੀ ਕਿਰਪਾ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ। ਤੇ ਸਤਿਗੁਰੂ ਮਹਾਰਾਜ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਮਨ ਦਾ ਸਰੂਪ ਦੱਸਦੇ ਨੇ ਵੀ ਇਹ ਮਨ ਅਸਲ ਦੇ ਵਿੱਚ ਕੀ ਹੈ। ਪਾਵਨ ਬਾਣੀ ਦੇ ਵਿੱਚੋਂ ਕੁਝ ਆਪਾਂ ਉਦਾਹਰਨਾਂ ਲੈ ਲਈਏ। ਸਤਿਗੁਰੂ ਮਹਾਰਾਜ ਮਨ ਦਾ ਸਰੂਪ ਸਾਡੇ ਸਨਮੁਖ ਰੱਖਦਿਆਂ ਹੋਇਆਂ ਰਾਮਕਲੀ ਰਾਗ ਦੇ ਅੰਦਰ ਸਾਹਿਬ ਆਖਦੇ ਨੇ, ਤਰਵਰ ਕਾਇਆ ਪੰਖ ਮਨ, ਤਰਵਰ ਪੰਖੀ ਪੰਚ। ਤਰਵਰ ਕਹਿੰਦੇ ਨੇ ਦਰਖਤ, ਦਰਖਤ ਦੇ ਉੱਪਰ ਜਿਹੜਾ ਹੈ ਕਾਇਆ ਰੂਪੀ ਦਰਖਤ ਦੇ ਉੱਤੇ ਪੰਖ ਭਾਵ ਪੰਛੀ ਜਿਹੜਾ ਹੈ ਉਹ ਮਨ ਰੂਪੀ ਪੰਛੀ ਪੰਜ ਵਿਕਾਰਾਂ, ਉਹ ਪੰਜ ਪੰਛੀਆਂ ਦੇ ਨਾਲ ਜਿਹੜਾ ਹੈ ਉਹ ਬੈਠਾ ਹੋਇਆ ਹੈ ਤਰਵਰ ਦੇ ਉੱਪਰ, ਭਾਵ ਦਰਖਤ ਦੇ ਉੱਪਰ, ਇਸ ਕਾਇਆ ਰੂਪੀ ਦਰਖਤ ਦੇ ਉੱਪਰ। ਤੇ ਫਿਰ ਕਰਦਾ ਕੀ ਹੈ, ਤਤ ਚੁਕੇ ਮਿਲ ਇੱਕ ਸੇ ਤਿੰਨ ਕੋ ਫਾਂਸ ਨਾ ਰੰਚ। ਜਦੋਂ ਤਾਂ ਇਹ ਨਾਮ ਰੂਪੀ ਤਤ ਚੁਗ ਲੈਂਦਾ ਹੈ, ਭਾਵ ਨਾਮ ਦੇ ਵਿੱਚ ਜੁੜ ਜਾਂਦਾ ਹੈ, ਤਿੰਨ ਕੋ ਫਾਂਸ ਨਾ ਰੰਚ, ਫਿਰ ਇਹਦੀ ਉਹ ਪੰਜਾਂ ਵਿਕਾਰਾਂ ਦੀ ਫਾਂਸੀ ਜਿਹੜੀ ਹੈ, ਬੰਧਨ ਜਿਹੜੇ ਨੇ ਉਹ ਟੁੱਟ ਜਾਂਦੇ ਨੇ। ਊਡੇ ਤੇ ਬੇਗੁਲ ਬੇਗਲੇ ਤੱਕੇ ਚੋਰ ਘਣੀ। ਪਰ ਜਦੋਂ ਇਹ ਬੜਾ, ਕਿਉਂਕਿ ਕਾਲ ਦੇ ਵਿੱਚ ਬਹੁਤ ਆਉਂਦਾ, ਮਨ ਜਿਹੜਾ ਹੈ ਕਬਹੂ ਜਿਹੜਾ ਊਬ ਚੜ੍ਹਤ ਹੈ ਕਬਹੂ ਜਾਏ ਪਿਆਲੇ, ਇਹ ਕਾਲੀ ਕਾਲੀ ਦੇ ਵਿੱਚ ਬਹੁਤ ਰਹਿੰਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਊਡੇ ਤੇ ਬੇਗੁਲ ਬੇਗਲੇ ਤੱਕੇ ਚੋਰ ਘਣੀ, ਪੰਖ ਟੁੱਟੈ ਫਾਹੀ ਪੜੀ ਅਵਗੁਣ ਭੀੜ ਬੜੀ। ਪਰ ਜਦੋਂ ਇਹ ਵਿਕਾਰਾਂ ਰੂਪੀ ਚੋਗ ਚੁਗਣ ਲੱਗ ਪੈਂਦਾ ਹੈ, ਫਿਰ ਇਹਦੇ ਖੰਭ ਜਿਹੜੇ ਨੇ ਉਹ ਟੁੱਟ ਜਾਂਦੇ ਨੇ ਤੇ ਇਹਦੇ ਉੱਤੇ ਭੀੜ ਬਣ ਜਾਂਦੀ ਹੈ, ਇਹਦੇ ਉੱਤੇ ਮੁਸੀਬਤ ਬਣ ਜਾਂਦੀ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਬਿਨ ਸਾਚੇ ਕਿਉਂ ਛੁੱਟੀ ਹੈ ਹਰ ਗੁਣ ਕਰਮ ਮਣੀ। ਬਿਨਾ ਉਸ ਸੱਚੇ ਪਰਮੇਸ਼ਰ ਦੇ ਤੇ ਉਹਦੇ ਗੁਣ ਧਾਰਨ ਕੀਤੋਂ ਤੋਂ ਬਿਨਾ, ਉਹਦੀ ਮਿਹਰ ਬਖਸ਼ਿਸ਼ ਤੋਂ ਬਿਨਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਹਨੂੰ ਆਪਾਂ ਛੁੱਟ ਨਹੀਂ ਸਕਦੇ ਇਹਨਾਂ ਵਿਕਾਰਾਂ ਤੋਂ। ਤੇ ਫਿਰ ਸਤਿਗੁਰੂ ਮਹਾਰਾਜ ਨੇ ਇੱਕ ਹੋਰ ਪਾਵਨ ਬਚਨ ਦੇ ਵਿੱਚ ਸਾਨੂੰ ਇਸ ਦਾ ਉਦਾਹਰਨ ਦੇ ਕੇ ਸਮਝਾਉਣਾ ਕੀਤਾ ਵੀ ਇਸ ਮਨ ਨੂੰ ਕਿਵੇਂ ਕਾਬੂ ਦੇ ਵਿੱਚ ਰੱਖਣਾ ਹੈ, ਕਿਵੇਂ ਜਾਗ ਲਾਉਣਾ ਹੈ। ਸਤਿਗੁਰੂ ਮਹਾਰਾਜ ਬੜੀ ਸੁੰਦਰ ਉਦਾਹਰਨ ਦਿੰਦੇ ਨੇ। ਸਾਹਿਬ ਕਹਿੰਦੇ ਨੇ, ਭਾਂਡਾ ਧੋਏ ਵੈਸ ਧੂਪ ਦੇਵੋ ਤੋ ਦੁਦੇ ਕੋ ਜਾਵੋ। ਭਾਂਡਾ ਭਾਵ ਮਨ ਰੂਪੀ ਭਾਂਡਾ ਜਿਹੜਾ ਹੈ ਉਹਨੂੰ ਸਾਫ਼ ਕਰਨਾ ਹੈ, ਤੋ ਦੁੱਧੇ ਕੋ ਜਾਵੋ, ਤੇ ਫਿਰ ਦੁੱਧ ਲੈਣ ਵਾਸਤੇ ਜਾਣਾ ਹੈ। ਪੁਰਾਣੇ ਸਮੇਂ ਦੇ ਵਿੱਚ ਅੱਜ ਦੀ ਤਰ੍ਹਾਂ ਬਰਤਨ ਧੋਣ ਵਾਸਤੇ ਡਿਟਰਜੈਂਟ ਨਹੀਂ ਸੀ ਹੋਇਆ ਕਰਦੇ। ਪੁਰਾਣੇ ਸਮੇਂ ਦੇ ਵਿੱਚ
ਜਦੋਂ ਬਰਤਨ ਨੂੰ ਸਾਫ਼ ਕਰਦੇ ਸਨ ਤੇ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਧੂਫ ਦਿੱਤਾ ਜਾਂਦਾ ਸੀ, ਤਾਂ ਜੋ ਕੋਈ ਵੀ ਤੱਤ ਜਿਹੜੇ ਨੇ ਮਾੜੇ ਪ੍ਰਭਾਵ ਪਾਉਣ ਵਾਲੇ ਉਹ ਖਤਮ ਹੋ ਜਾਵਣ। ਤੇ ਫਿਰ ਉਸ ਭਾਂਡੇ ਦੇ ਵਿੱਚ ਅੰਮ੍ਰਿਤ ਰੂਪੀ ਦੁੱਧ ਜਿਹੜਾ ਸੀ ਉਹ ਪਾਇਆ ਜਾਂਦਾ ਸੀ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਸ ਹਿਰਦੇ ਰੂਪੀ ਭਾਂਡੇ ਨੂੰ ਤੂੰ ਸਾਫ਼ ਕਰ, ਉਹਨੂੰ ਧੂਫ ਦੇ, ਤਾਂ ਜੋ ਅੰਦਰ ਕਿਤੇ ਨਾ ਕਿਤੇ ਜਿਹੜੀ ਮੈਲ ਲੱਗੀ ਹੋਈ ਹੈ, ਜਿਹਨੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੁਆ ਸਿਆ, ਵੀ ਇਸ ਮਨ ਨੂੰ ਲੱਗੀ ਹੋਈ ਮੈਲ ਜਿਹੜੀ ਹੈ ਉਹ ਤੇਰੀ ਉਤਰ ਜਾਵੇ। ਫਿਰ ਉਹਦੇ ਵਿੱਚ ਦੁੱਧ ਪਾ, ਤੇ ਦੁੱਧ ਉਹ ਕੀ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ, ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨ ਰਸ ਜਮਾਵੋ। ਉਹ ਕਰਮਾ ਰੂਪੀ ਦੁੱਧ ਜਿਹੜਾ ਹੈ ਉਹ ਪਾ ਤੇ ਸੁਰਤ ਨੂੰ ਜਾਮਣ ਲਾ, ਤੇ ਇਸ ਤਰ੍ਹਾਂ ਸੰਸਾਰ ਦੇ ਵਿਕਾਰਾਂ ਵੱਲੋਂ ਜਿਹੜਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਨਿਰਾਸ਼ ਹੋ ਜਾ, ਭਾਵ ਇਧਰਲੇ ਪਾਸੇ ਨੂੰ ਛੱਡ ਦੇ, ਉਹ ਉਪਰਾਮ ਹੋ ਜਾ। ਤੇ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਕੇਵਲ ਇੱਕ ਪਰਮੇਸ਼ਰ ਦੀ ਬੰਦਗੀ ਕਰ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਫਿਰ ਇਸ ਮਨ ਨੂੰ, ਕਿਉਂਕਿ ਜਦੋਂ ਦੁੱਧ ਲਿਆ ਕੇ ਉਹਨੂੰ ਗਰਮ ਕਰਕੇ ਉਹਨੂੰ ਜਾਗ ਲਾ ਦਿੱਤਾ ਜਾਂਦਾ ਤੇ ਉਹ ਸਾਨੂੰ ਦਹੀਂ ਦੇ ਰੂਪ ਦੇ ਵਿੱਚ ਪ੍ਰਾਪਤ ਹੁੰਦਾ, ਫਿਰ ਉਸ ਦਹੀਂ ਨੂੰ ਰਗੜਨਾ ਪੈਂਦਾ ਹੈ, ਰਗੜ ਕਰਕੇ ਫਿਰ ਮੱਖਣ ਪ੍ਰਾਪਤ ਹੁੰਦਾ ਹੈ। ਤੇ ਫਿਰ ਸਵਾਣੀਆਂ ਚਾਟੀ ਦੇ ਵਿੱਚ ਉਸ ਨੂੰ ਪਾ ਕਰਕੇ ਉਹਨੂੰ ਰਿੜਕਦੀਆਂ ਨੇ, ਤੇ ਉਹਦੇ ਵਾਸਤੇ ਮਧਾਣੀ ਲਈ ਜਾਂਦੀ ਹੈ। ਉਸ ਮਧਾਣੀ ਨੂੰ ਘੁਮਾਉਣ ਦੇ ਵਾਸਤੇ ਜਿਹੜੀ ਇੱਕ ਰੱਸੀ ਹੁੰਦੀ ਹੈ, ਉਸ ਰੱਸੀ ਦੇ ਦੋਨੇ ਪਾਸੇ ਛੋਟੇ ਛੋਟੇ ਲੱਕੜ ਦੇ ਗੁੱਲੇ ਬੰਨੇ ਹੁੰਦੇ ਹਨ, ਤਾਂ ਜੋ ਉਹ ਰੱਸੀ ਜਿਹੜੀ ਹੈ ਹੱਥ ਦੇ ਵਿੱਚੋਂ ਨਿਕਲ ਨਾ ਜਾਵੇ ਤੇਜ਼ ਤੇਜ਼ ਘੁਮਾਉਂਦਿਆਂ। ਤੇ ਸਤਿਗੁਰੂ ਮਹਾਰਾਜ ਉਹਦੀ ਉਦਾਹਰਨ ਦਿੰਦੇ ਨੇ, ਇਹ ਮਨ ਈਟੀ, ਕਿਉਂਕਿ ਉਸ ਰੱਸੀ ਦੇ ਆਲੇ ਦੁਆਲੇ ਬੰਨੇ ਹੋਏ ਜਿਹੜੇ ਉਹ ਲੱਕੜੀ ਦੇ ਛੋਟੇ ਛੋਟੇ ਟੁਕੜੇ ਨੇ, ਉਹਨੂੰ ਈਟੀ ਕਹਿੰਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਸ ਮਨ ਨੂੰ ਘੁੱਟ ਕੇ ਪਕੜ, ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਕਿਤੇ ਇਹ ਨਾ ਹੋਵੇ ਤੂੰ ਵਿਕਾਰਾਂ ਦੇ ਮੋਹ ਦੇ ਵਿੱਚ ਫਸ ਕੇ, ਨੀਂਦ ਵਿੱਚ ਫਸ ਕੇ ਕਿਤੇ ਸੌ ਨਾ ਜਾਵੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਵੋ। ਇਸ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ, ਫਿਰ ਉਹ ਅੰਮ੍ਰਿਤ ਰੂਪੀ ਪਦਾਰਥ ਜਿਹੜਾ ਹੈ ਤੈਨੂੰ ਪ੍ਰਾਪਤ ਹੋ ਜਾਵੇਗਾ, ਜਿਹਦੇ ਵਾਸਤੇ ਮਨੁੱਖ ਯਤਨ ਕਰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਸਿੱਧਾਂ ਨਾਲ ਗਏ ਨੇ, ਤੇ ਸਿੱਧ ਕਿਉਂਕਿ ਉਹ ਆਮ ਮਨੁੱਖ ਦੇ ਜੀਵਨ ਤਲ ਤੋਂ ਕੁਝ ਉੱਪਰ ਉੱਠ ਚੁੱਕੇ ਸਨ, ਪਰ ਸਮੱਸਿਆ ਇਹ ਸੀ ਵੀ ਉਹ ਮਨੁੱਖਤਾ ਨੂੰ ਕੋਈ ਉਪਦੇਸ਼ ਦੇਣ ਦੀ ਬਜਾਏ, ਮਨੁੱਖਤਾ ਦਾ ਕੋਈ ਉਧਾਰ ਕਰਨ ਦੀ ਬਜਾਏ, ਉਹ ਜੰਗਲਾਂ ਦੇ ਵਿੱਚ ਤੇ ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਜਾ ਕੇ ਬੈਠ ਗਏ ਸਨ। ਉਹਨਾਂ ਨੂੰ ਵੀ ਉਹ ਰਸਤਾ ਜਿਹੜਾ ਸੀ ਨਹੀਂ ਸੀ ਪਤਾ ਵੀ ਕਿਵੇਂ ਪਰਮੇਸ਼ਰ ਨੂੰ ਮਿਲੇ, ਕਿਵੇਂ ਮਨ ਨੂੰ ਮਾਰਿਆ ਜਾਵੇ। ਤੇ ਫਿਰ ਉਹ ਸਿੱਧ ਜਿਹੜੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਵਾਲ ਕਰਦੇ ਨੇ ਕਿ ਇਹ ਮਨ ਜਿਹੜਾ ਹੈ ਉਹ ਵਸ ਦੇ ਵਿੱਚ ਕਿਵੇਂ ਕੀਤਾ ਜਾਵੇ। ਤੇ ਸਤਿਗੁਰੂ ਮਹਾਰਾਜ ਨੂੰ ਜਦੋਂ ਸਵਾਲ ਕਰਦੇ ਨੇ, ਸਿੱਧਾਂ ਦਾ ਸਵਾਲ ਸੀ, ਇਹ ਮਨ ਮੈਗਲ ਕਹਾਂ ਵਸੀਅਲੇ, ਕਹਾਂ ਵਸੇ ਇਹ ਪਵਨਾ। ਤੇ ਸਤਿਗੁਰੂ ਮਹਾਰਾਜ ਨੂੰ ਜਦੋਂ ਇਹ ਸਵਾਲ ਕੀਤਾ ਵੀ ਇਹ ਮਨ ਜਿਹੜਾ ਹਾਥੀ ਦੀ ਤਰ੍ਹਾਂ ਹੈ, ਤੇ ਇਹ ਕਿੱਥੇ ਵਸਦਾ ਹੈ, ਇਹ ਪਵਨ ਕਿੱਥੇ ਵਸਦਾ ਹੈ, ਕਹਾਂ ਵਸੇ ਸੋ ਸ਼ਬਦ ਔਦੂ ਤਾਂ ਕੋ ਚੁਕੇ ਮਨ ਕਾ ਭਵਨਾ, ਵੀ ਉਹ ਸ਼ਬਦ ਕਿੱਥੇ ਵਸਦਾ ਹੈ ਜਿਹੜਾ ਮਨ ਦੀ ਭਟਕਣਾ ਨੂੰ ਜਿਹੜਾ ਹੈ ਉਹ ਖਤਮ ਕਰ ਦੇਵੇ। ਤੇ ਸਤਿਗੁਰੂ ਮਹਾਰਾਜ ਨੇ ਫਿਰ ਉੱਥੇ ਉੱਤਰ ਦਿੱਤਾ, ਨਦਰ ਘਰੇ ਤਾਂ ਸਤਿਗੁਰ ਮਿਲੇ, ਤਾਂ ਨਿਜ ਕਰ ਵਾਸਾ ਇਹ ਮਨ ਪਾਵੇ। ਜੇ ਸਤਿਗੁਰੂ ਨਦਰ ਕਰ ਦਵੇ ਤੇ ਇਹ ਨਿਜ ਘਰ ਦੇ ਵਿੱਚ ਮਨ ਜਿਹੜਾ ਹੈ ਉਹ ਵਸ ਜਾਂਦਾ ਹੈ। ਆਪੇ ਆਪ ਖਾਏ ਤਾਂ ਨਿਰਮਲ ਹੋਵੇ, ਧਾਵਤ ਵਰਜ ਰਹਾਏ। ਸਤਿਗੁਰੂ ਮਹਾਰਾਜ ਨੇ ਉੱਥੇ ਇੱਕ ਸਪਸ਼ਟ ਕਰ ਦਿੱਤਾ ਵੀ ਜਿਹੜਾ ਤੁਹਾਡਾ ਤਰੀਕਾ ਹੈ ਵੀ ਜੰਗਲਾਂ ਦੇ ਵਿੱਚ ਆ ਜਾਣਾ, ਘਰ-ਬਾਰ ਨੂੰ ਛੱਡ ਜਾਣਾ, ਗ੍ਰਸਤੀ ਨੂੰ ਛੱਡ ਦੇਣਾ, ਪਰਿਵਾਰ ਨੂੰ ਛੱਡ ਦੇਣਾ, ਇਸ ਤਰ੍ਹਾਂ ਮਨ ਨਹੀਂ ਜੀ ਵਸ ਦੇ ਵਿੱਚ ਆਉਂਦਾ, ਇਹ ਗੁਰੂ ਦੀ ਕਿਰਪਾ ਦੇ ਨਾਲ ਹੁੰਦਾ ਹੈ। ਫਿਰ ਸਿੱਧ ਜਿਹੜਾ ਹੈ ਉਹ ਅੱਗੇ ਇੱਕ ਹੋਰ ਸਵਾਲ ਕਰਦੇ ਨੇ, ਕਹਿੰਦੇ ਨੇ, ਜਾਂ ਇਹ ਹਿਰਦਾ ਦੇਹ ਨਾ ਹੋਤੀ ਤੋ ਮਨ ਕੈਠੇ ਰਹਿਤਾ, ਵੀ ਜਦੋਂ ਇਹ ਹਿਰਦਾ ਨਹੀਂ ਸੀ ਤੇ ਮਨ ਕਿੱਥੇ ਆਪਣਾ ਟਿਕਾਣਾ ਇਹਨੇ ਰੱਖਿਆ ਹੋਇਆ ਸੀ। ਨਾਵ ਕਵਲ ਅਸਥੰਭ ਨਾ ਹੋਤੇ ਤਾਂ ਪਵਨ
ਕਵਨ ਕਰ ਸਹਿਤਾ। ਤੇ ਉਸ ਵਕਤ ਜਿਹੜਾ ਹੈ, ਜਿਸ ਵਕਤ ਇਹ ਹਿਰਦੇ ਦੇ ਵਿੱਚ ਨਹੀਂ ਸੀਗਾ, ਇਹ ਮਨ ਕਿੱਥੇ ਵਸਦਾ ਸੀ? ਨਾਭ ਕਵਲ ਦਾ ਜਦੋਂ ਇਹਨੂੰ ਸਹਾਰਾ ਨਹੀਂ ਸੀ, ਤੇ ਉਸ ਵਕਤ ਇਹ ਕਿੱਥੇ ਰਹਿੰਦਾ ਸੀ? ਸਵਾਸ ਕਿੱਥੇ ਰਹਿੰਦੇ ਸਨ? ਸਤਿਗੁਰੂ ਮਹਾਰਾਜ ਨੇ ਉਸ ਵਕਤ ਉਹਨਾਂ ਨੂੰ ਉੱਤਰ ਦਿੱਤਾ ਸੀ, ਹਿਰਦਾ ਦੇ ਨਾ ਹੋਤੀ ਔਧੂ, ਤਉ ਮਨ ਸੁਨ ਰਹੇ ਬੈਰਾਗੀ, ਨਾਭ ਕਵਨ ਅਸਥੰਭ ਨਾ ਹੋਤੇ, ਤਾਂ ਨਿਜ ਕਰ ਵਸਤੋ ਪਵਨ ਅਨਰਾਗੀ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਦੋਂ ਹਿਰਦਾ ਵੀ ਨਹੀਂ ਸੀਗਾ ਤੇ ਉਸ ਵਕਤ ਇਹ ਸੁੰਨ ਦੀ ਅਵਸਥਾ ਦੇ ਵਿੱਚ ਉਸ ਪਰਮੇਸ਼ਰ ਦੇ ਵਿੱਚ ਵਸਿਆ ਹੋਇਆ ਸੀਗਾ। ਜਦੋਂ ਨਾਭੀ ਚੱਕਰ ਰੂਪੀ ਥੰਮ ਵੀ ਨਹੀਂ ਸੀਗੀ, ਤਦੋਂ ਪ੍ਰਾਣ ਪ੍ਰਭੂ ਦੇ ਪ੍ਰੇਮ ਵਿੱਚ ਹੋ ਕੇ ਆਪਣੇ ਅਸਲ ਘਰ ਪ੍ਰਭੂ ਦੇ ਵਿੱਚ ਜਿਹੜੇ ਨੇ ਉਹ ਵਸਦੇ ਨੇ। ਸਤਿਗੁਰੂ ਮਹਾਰਾਜ ਇਸ ਮਨ ਨੂੰ ਇੱਕ ਰਾਜਾ ਸੰਗਰਾਮ ਵਾਲਾ ਵੀ ਸਾਡੇ ਸਾਹਮਣੇ ਉਦਾਹਰਨ ਦੇ ਕੇ ਸਮਝਾਉਂਦੇ ਨੇ ਵੀ ਇਹ ਮਨ ਜਿਹੜਾ ਹੈ ਇਹ ਯੁੱਧ ਕਰਨ ਵਾਲਾ ਹੈ। ਕਿਉਂਕਿ ਆਪਾਂ ਦੇਖਦੇ ਹਾਂ ਮਨ ਨਿਵਾਣ ਵਾਲੇ ਪਾਸੇ ਜਾਂਦਾ ਹੈ ਜੇ ਇਹਨੂੰ ਮਾੜੀ ਸੰਗਤ ਮਿਲ ਜਾਵੇ, ਪਰ ਜੇ ਇਹਨੂੰ ਚੰਗੀ ਸੰਗਤ ਮਿਲ ਜਾਵੇ ਤੇ ਇਹ ਉਚਾਈ ਵੱਲ ਜਾਂਦਾ ਹੈ। ਪਰ ਬਹੁਤਾਤ ਰੂਪ ਦੇ ਵਿੱਚ ਇਹ ਮਨ ਜਿਹੜਾ ਹੈ ਉਹ ਨਿਵਾਣ ਵਾਲੇ ਪਾਸੇ ਨੂੰ ਜਾਂਦਾ ਹੈ। ਜਿਵੇਂ ਪਾਣੀ ਜਿਹੜਾ ਹੈ ਉਹਦਾ ਇਹ ਕੁਦਰਤੀ ਨਿਯਮ ਸੁਭਾਅ ਹੈ ਕਿ ਉਹ ਨਿਵਾਣ ਵਾਲੇ ਪਾਸੇ ਨੂੰ ਤੁਰਦਾ ਹੈ, ਤੇ ਜਦੋਂ ਕਿਤੇ ਪਾਣੀ ਨੂੰ ਉੱਪਰ ਵਾਲੇ ਪਾਸੇ ਲਿਜਾਣਾ ਹੋਵੇ ਤੇ ਉਸ ਵਕਤ ਫਿਰ ਯਤਨ ਕਰਨੇ ਪੈਂਦੇ ਨੇ ਪ੍ਰੈਸ਼ਰ ਦੇ ਨਾਲ। ਉਹ ਭਾਵੇਂ ਮੋਟਰ ਦਾ ਹੋਵੇ, ਭਾਵੇਂ ਹੋਰ ਕਿਸੇ ਢੰਗ ਤਰੀਕੇ ਦਾ ਹੋਵੇ, ਉਸ ਢੰਗ ਦੇ ਨਾਲ ਫਿਰ ਪਾਣੀ ਨੂੰ ਉੱਪਰ ਲਿਜਾਣਾ ਪੈਂਦਾ ਹੈ। ਇਸੇ ਤਰ੍ਹਾਂ ਮਨ ਜਿਹੜਾ ਹੈ ਇਹ ਮਨੁੱਖ ਦਾ ਨਿਵਾਣ ਵਾਲੇ ਪਾਸੇ ਨੂੰ ਆਪਣੇ ਆਪ ਚਲੇ ਜਾਂਦਾ ਹੈ, ਵਿਕਾਰਾਂ ਵਾਲੇ ਪਾਸੇ ਨੂੰ ਆਪ ਚਲ ਜਾਂਦਾ ਹੈ। ਪਰ ਇਸ ਮਨ ਨੂੰ ਉਚਾਈ ਵੱਲ ਲਿਜਾਣ ਵਾਸਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਯਤਨ ਕਰਨੇ ਪੈਂਦੇ ਨੇ। ਫਿਰ ਸਤਿਗੁਰੂ ਮਹਾਰਾਜ ਨੇ ਇਸ ਮਨ ਦੇ ਜਿਹੜੇ ਨੇ ਉਹ ਫਿਰ ਦੋ ਰੂਪ ਸਾਡੇ ਸਨਮੁਖ ਰੱਖ ਕੇ ਸਾਨੂੰ ਸਮਝਾਉਣਾ ਕਰ ਦਿੱਤਾ ਵੀ ਇੱਕ ਮਨ ਜਿਹੜਾ ਹੈ ਉਹ ਪ੍ਰਕਾਸ਼ਮਈ ਹੈ, ਜਿਹੜਾ ਪਰਮੇਸ਼ਰ ਦੀ ਨਾਮ ਦੇ ਨਾਲ ਜੁੜਿਆ ਹੋਇਆ, ਵਿਕਾਰਾਂ ਤੋਂ ਬਚਿਆ ਹੋਇਆ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਮਨ ਨਿਰਭਉ ਗੁਰਮੁਖ ਨਾਮ, ਭਾਵ ਜਿਹੜਾ ਗੁਰੂ ਵਾਲੇ ਪਾਸੇ ਮੁਖ ਕਰਕੇ ਗੁਰੂ ਦੀ ਸਿੱਖਿਆ ਦੇ ਉੱਤੇ ਚੱਲਦਾ, ਗੁਰੂ ਦੇ ਨਾਮ ਦੇ ਵਿੱਚ ਜੁੜਿਆ ਹੋਇਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਮਨ ਨਿਰਭਉ, ਉਹ ਮਨ ਜਿਹੜਾ ਹੈ ਕਿਸੇ ਡਰ ਤੋਂ ਰਹਿਤ ਹੋ ਜਾਂਦਾ, ਨਿਰਭਉ ਹੋ ਜਾਂਦਾ ਹੈ। ਇਹ ਮਨ ਨਿਰਭਉ ਗੁਰਮੁਖ ਨਾਮ ਮਾਰੇ ਪੰਚ ਆਪਣੇ ਵਸ ਕੀਏ। ਫਿਰ ਕੀ ਹੁੰਦਾ ਜਦੋਂ ਗੁਰੂ ਦੇ ਵੱਲ ਮੁਖ ਕਰਕੇ ਮਨੁੱਖ ਚੱਲਦਾ, ਮਨ ਵਸ ਦੇ ਵਿੱਚ ਹੈ, ਮਨ ਨਿਡਰ ਹੋ ਜਾਂਦਾ ਵਿਕਾਰਾਂ ਵੱਲੋਂ, ਇਹ ਪੰਜਾਂ ਵਿਕਾਰਾਂ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ। ਹਉਮੈ ਗਰਾਸ ਇਕਤ ਥਾਂ ਕੀਏ, ਤੇ ਹਉਮੈ ਨੂੰ ਜਿਹੜਾ ਹੈ ਉਹ ਮਾਰ ਕੇ ਇਸ ਜਿਹੜਾ ਮਨ ਨੂੰ ਭਟਕਦਾ ਹੋਇਆ ਇਹਨੂੰ ਇੱਕ ਥਾਂ ਦੇ ਉੱਤੇ ਟਿਕਾ ਦਿੰਦਾ ਹੈ। ਤੇ ਦੂਸਰਾ ਜਿਹੜਾ ਪਾਸਾ ਸਤਿਗੁਰੂ ਮਹਾਰਾਜ ਨੇ ਮਨ ਦਾ ਦੂਸਰਾ ਰੂਪ ਸਾਡੇ ਸਨਮੁਖ ਰੱਖਿਆ, ਉਹ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਹ ਅੰਧਕਾਰ ਦੇ ਵਿੱਚ ਵੀ ਜਾਂਦਾ ਹੈ। ਇਹ ਮਨ ਮੈਗਲ ਸਾਕਤ ਦੀਵਾਨਾ, ਵਨਖੰਡ ਮਾਇਆ ਮੋਹਿ ਹਰਾਨਾ, ਇਤ ਉਤ ਜਾਹੇ ਕਾਲ ਨਾ ਚਾਪੇ, ਗੁਰਮੁਖ ਖੋਜ ਲਹੇ ਘਰ ਆਪੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਮਨ ਹਾਥੀ ਦੀ ਤਰ੍ਹਾਂ ਮਸਤ ਹੋਇਆ, ਰੱਬ ਦੇ ਨਾਲੋਂ ਟੁੱਟਿਆ ਹੋਇਆ ਇਹ ਭੌਂਦਾ ਫਿਰਦਾ ਹੈ। ਜਿਵੇਂ ਜੰਗਲ ਦੇ ਵਿੱਚ ਹਾਥੀ ਘੁੰਮਦਾ ਹੈ, ਇਵੇਂ ਇਹ ਮਾਇਆ ਰੂਪੀ ਜੰਗਲ ਦੇ ਵਿੱਚ ਜਿਹੜਾ ਹੈ ਉਹ ਘੁੰਮਦਾ ਫਿਰਦਾ ਹੈ। ਇਤ ਉਤ ਜਾਏ ਕਾਲ ਨਾ ਚਾਪੇ, ਇਹਨੂੰ ਉਹ ਜਿਹੜਾ ਮੌਤ ਰੂਪੀ ਹੈ ਉਹ ਜਪਦਾ ਰਹਿੰਦਾ ਹੈ। ਗੁਰਮੁਖ ਖੋਜ ਲਹੇ ਘਰ ਆਪੇ, ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਗੁਰਮੁਖ ਹੈ, ਜਿਹੜਾ ਗੁਰੂ ਦੇ ਵਾਲੇ ਪਾਸੇ ਮੁਖ ਕਰਕੇ ਤੁਰਦਾ, ਗੁਰੂ ਦੀ ਸਿੱਖਿਆ ਦੇ ਉੱਤੇ ਚੱਲਦਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰਮੁਖ ਖੋਜ ਲਹੇ ਘਰ ਆਪੇ, ਇਹ ਆਪਣੇ ਹਿਰਦੇ ਘਰ ਦੇ ਵਿੱਚ ਪਰਮੇਸ਼ਰ ਨੂੰ ਖੋਜ ਲੈਂਦਾ ਹੈ। ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਮਨੁੱਖ ਨੂੰ ਇਹ ਸਮਝਾਉਣਾ ਕੀਤਾ ਵੀ ਇਹ ਮਨ ਜਿਹੜਾ ਹੈ ਨਾ, ਇਹਨੂੰ ਵਸ ਕਰਨਾ, ਜਿਵੇਂ ਅਸੀਂ ਬੱਚੇ ਨੂੰ ਵਸ ਕਰਨਾ ਹੋਵੇ, ਉਹਨੂੰ ਸਮਝਾਉਣਾ ਹੋਵੇ, ਕਿਉਂਕਿ ਬੱਚਾ ਵੀ ਸਮਝਦਾ ਨਹੀਂ ਹੈ। ਫਿਰ ਕਦੀ ਬੱਚੇ ਨੂੰ ਆਪਾਂ ਪਿਆਰ ਦੇ ਨਾਲ ਸਮਝਾਉਂਦੇ ਹਾਂ, ਜੇ ਬੱਚਾ ਨਾ ਮੰਨੇ ਤੇ ਪਰਤ ਕੇ ਅਸੀਂ ਹੋਰ ਢੰਗ ਤਰੀਕਾ ਵਰਤਦੇ ਹਾਂ, ਡਾਂਟਦੇ ਵੀ ਹਾਂ, ਘੂਰੀ ਵੀ ਵੱਟਦੇ ਹਾਂ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਹ ਮਨ ਵੀ ਬਿਲਕੁਲ ਉਸੇ ਤਰ੍ਹਾਂ ਹੈ। ਇਸ ਨੂੰ ਸਮਝਾਉਣ ਵਾਸਤੇ
कदी प्यार भी वरतना पएगा। ते धन गुरु गुरु अमरदास महाराज फिर मन नूं समझाउंदे ने, आवाज मारदे ने, कदी इहनूं मित्र कहंदे ने, कदी सखा कहंदे ने। सतगुरु महाराज कहंदे ने, सुण मन मित्र प्यारिया, मिल वेला है ए मित्र प्यारे मन, ये वेला परमेश्वर दे नाल मिलण दा है, मिल वेला है ए। जब लग जोबन सास है, तब लग ए तन दे। जदों तक जवानी है, सवास है तेरे अंदर, तब तक इस देह दे राही तू मालिक नूं मिल सकदा है। बिन गुण काम ना आवई, ढै ढेरी तनखे, बिना परमेश्वर दे गुणा तो ये शरीर भी किसी काम दा नहीं। अंत इहने तन ने खे हो जाना, मिट्टी हो जाना। फिर सतगुरु महाराज मन नूं फिर आवाज मारदे ने, मेरे मन लै लाहा कर जाए, ऐ मेरे मन तू लाहा लै इस शरीर दा, क्योंकि इस शरीर दे राही तैनूं मालक दे घर दे विच प्रवानगी मिलनी है। मेरे मन लै लाहा कर जाए, गुरमुख नाम सलाहिए, हौमे निवरी पाए। गुरमुख भाव गुरु वल मुख करके गुरु की सिक्ख्या दे राही नाम नूं सलाउंदियां अंदरों हौमे जिहड़ी है वो खत्म होनी है, ते तू निज घर दे अंदर जिहड़ा है वो प्रवेश हो जाना है। सतगुरु महाराज इहनूं वार-वार समझाउंदे ने। मम्मा मन स्यों काज है, मन साधे सिद्ध होए, मन ही मन स्यों कहे कबीरा, मन सा मिलिया ना कोई। सतगुरु महाराज कहते ने, ए मन शक्ति, ए मन सियो, ए मन पंच तत्व को जियो, ए मन ले जो उन मन रहे, तो तीन लोक की बातें कहे। सतगुरु महाराज ने फिर इस मन नूं जिहड़ा है वो वश करन दे वास्ते सतगुरु महाराज ने कहा भी ये है ते बड़ा चंचल, पर इहनूं गुरु की किरपा दे नाल जिहड़ा है वो वश विच कीता जा सकदा है। इस मन नूं वार-वार फिर समझाउणा कीता धन गुरु गुरु अमरदास महाराज। उन्हां दे पावन बहुत सारे बचन जिहड़े ने वो मन दे प्रति जिहड़े ने वो साडे सन्मुख सतगुरु महाराज ने रखे ने। धन गुरु गुरु अमरदास जी महाराज कहंदे ने, मन तू जोत स्वरूप है। मन नूं फिर समझाउणा कीता कि तू उस परमेश्वर दा जोत स्वरूप है। अपना मूल पछाण, अपना मूल जिहड़ा है, मुंड जिहड़ा है, सतगुरु महाराज कहंदे ने उस नूं पहचान लै। मन हर जी तेरे नाल है, गुरमति रंग मान, मूल पछाणे तां सौ जाने, मरण जीवन की सोझी होई। तेनू मरण जीवन का पता लग जाए, मरना की है ते जीवन की है। क्योंकि मनुख ने संसार दे विच आके जीना ते मरना इस गल दे उत्ते ही नहीं समझ सकिया भी मरना की है ते जीना की है। ये उल्ट समझ बैठा है। ये सतगुरु महाराज कहते ने, तू मूल नूं परमेश्वर नूं पछाण लेगा, उस मालिक नूं जान लेगा, तेनू मरण ते जीवन की सोझी आ जाएगी। गुर प्रसादी एको जाने, तां दूजा भाओ ना होई। गुरु की किरपा दे नाल जे तू एक मालिक नूं पछाण लवेगा ते सतगुरु महाराज कहते दूजा भाओ ना होई। फिर तू दूजे दे नाल प्यार नहीं पावेगा। भाव परमेश्वर नूं छड्ड के तू माया दे विच खचत नहीं होवेगा। मन शांत आई, वजी वधाई ता हुआ प्रवान। मन दे विच शांति आ जाएगी ते तू प्रवान हो जाएगा। इहो कहे नानक, मन तू जोत स्वरूप है, अपना मूल पछाण। सतगुरु महाराज कहते ने, इवें तू अपना मूल पछाण करके ते फिर सतगुरु महाराज कहते ने उस मालिक नूं पहचान लवेगा। सतगुरु महाराज कहते ने, मारू मारन जो गए, मार ना सके गवार। क्योंकि पहला भी मैं विचार साझी की भी उन्हां लोकां ने जो रहाओ वाले बंद दे नाल अज संबंध रखती है भी उन्हां लोकां ने ढंग तरीके मन नूं वस करन दे विच होर अपना लै। ते सतगुरु महाराज कहते ने, मारू मारन जो गए, मार ना सके गवार। जिहड़े उन्हां ने वो ढंग तरीके वरते उन्हां दे नाल मन नूं वो मार नहीं सके। ते सतगुरु महाराज कहते ने, नानक जे ए मारीए गुर शब्दी विचार। ये मन नूं जे तू मारना ते सतगुरु महाराज कहते ने गुरु दे शब्द दे राही इनू मारिया जा सकता है। ये मन मारिया ना मरे जे लोचे सब कोए। जे तू मन दे नाल ही अपने विचारां दे नाल मारन की कोशिश करे ते सब कहन लगी नहीं मारिया जा सकता। नानक मन ही को मन मारसी जे सतगुरु भेटे सोए।
एक पक्ष मन का वो है जिहड़ा प्रकाशमई है, ते सतगुरु महाराज कहते ने भी इस विकारां वाले मन नूं अपने अधीन करने वास्ते की करना पेगा। पहली गल सतगुरु महाराज कहते ने अंधकार मन नूं प्रकाशमई मन दे नाल वस दे विच करना पएगा। दूसरी गल सतगुरु महाराज कहते ने भी गुरु दे शब्द दे राही इस मन नूं जिहड़ा है, जिहड़ा भजिया जांदा है, ਉਹਨੂੰ ਵਸ ਦੇ ਵਿੱਚ ਕੀਤਾ ਜਾ ਸਕਦਾ ਹੈ। ਤੀਸਰਾ ਗੱਲ ਸਤਿਗੁਰੂ ਮਹਾਰਾਜ ਨੇ ਸੋ ਸਾਡੇ ਸਨਮੁਖ ਰੱਖੀ ਹੈ, ਉਹ ਇਹ ਰੱਖੀ ਬਈ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ, ਪਰਮੇਸ਼ਰ ਦੀ ਆਰਾਧਨਾ ਕਰਨ ਦੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਹ ਮਨ ਜਿਹੜਾ ਹੈ ਉਹ ਵਸ ਦੇ ਵਿੱਚ ਆ ਸਕਦਾ ਹੈ। ਤੇ ਖਿਆਲ ਕਰਨਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸੇ ਪ੍ਰਥਾਈ ਸਾਡੇ ਸਨਮੁਖ ਰੱਖੀ ਹੈ। ਸਾਹਿਬ ਕਹਿੰਦੇ ਨੇ ਵੀ ਜਿਸ ਤਰ੍ਹਾਂ ਕਿਸਾਨ ਖੇਤੀ ਕਰਦਾ ਹੈ ਤੇ ਜਦੋਂ ਉਹ ਫਸਲ ਬੀਜਦਾ ਹੈ ਤੇ ਉਸ ਫਸਲ ਦੇ ਵਿੱਚ ਕੁਝ ਬੂਟੇ ਇਹੋ ਜਿਹੇ ਉਗ ਪੈਂਦੇ ਨੇ ਜਿਹੜੇ ਫਸਲ ਦੇ ਨਾਲ ਸੰਬੰਧ ਨਹੀਂ ਰੱਖਦੇ, ਸਗੋਂ ਉਹ ਜਿਹੜੀ ਫਸਲ ਬੀਜੀ ਹੁੰਦੀ ਹੈ ਉਸ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਨੇ। ਤੇ ਫਿਰ ਕੀ ਕਰਨਾ ਪੈਂਦਾ ਵੀ ਕਿਸਾਨ ਫਿਰ ਉਹ ਗੋਡੀ ਕਰਕੇ ਉਹ ਵਾਧੂ ਉੱਗੇ ਹੋਏ ਜਿਹੜੇ ਬੂਟੇ ਨੇ ਉਹਨੂੰ ਬਾਹਰ ਕੱਢ ਦਿੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਾਮ ਕ੍ਰੋਧ ਦੋਏ ਕਰੋ ਵਸੋਲੇ ਗੋਡੋ ਧਰਤੀ ਪਾਈ। ਕਾਮ ਕ੍ਰੋਧ ਇਹਨਾਂ ਦੋਵਾਂ ਨੂੰ ਤੂੰ ਰੰਬਾ ਬਣਾ ਲੈ ਤੇ ਧਰਤੀ ਨੂੰ ਜਿਹੜਾ ਸਰੀਰ ਰੂਪੀ ਧਰਤੀ ਇਹਨੂੰ ਗੁੱਡ, ਜਿਉਂ ਗੋਡੋ ਤਿਉਂ ਸੁਖ ਤੁਮ ਸੁਖ ਪਾਵੋ, ਕਿਰਤ ਨਾ ਮਿਟਿਆ ਜਾਏ, ਜਿਵੇਂ ਜਿਵੇਂ ਗੁੱਡੇਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਵਿਕਾਰ ਤੇਰੇ ਵਸ ਦੇ ਵਿੱਚ ਆਉਣ ਲੱਗ ਪੈਣਗੇ। ਸਤਿਗੁਰੂ ਮਹਾਰਾਜ ਨੇ ਸਪਸ਼ਟ ਕਰ ਦਿੱਤਾ ਰਹਾਉ ਵਾਲੇ ਬੰਦ ਦੇ ਅੰਦਰ ਵੀ ਜਿਹੜੇ ਲੋਕ ਜੰਗਲਾਂ ਦੇ ਵਿੱਚ ਜਾ ਕਰਕੇ ਜਾਂ ਫਿਰ ਹੋਰ ਕਿਸੇ ਢੰਗ ਦੇ ਨਾਲ ਮਨ ਨੂੰ ਵਸ ਕਰਦੇ ਨੇ, ਇਸ ਤਰ੍ਹਾਂ ਮਨ ਜਿਹੜਾ ਹੈ ਉਹ ਮਸ ਦੇ ਵਿੱਚ ਨਹੀਂ ਆਉਂਦਾ। ਉਹਨੂੰ ਕਾਬੂ ਦੇ ਕਰਨ ਵਿੱਚ, ਵਸ ਕਰਨ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਗੁਰੂ ਦੀ ਕਿਰਪਾ ਤੇ ਸਤ ਸੰਗਤ ਜਿਹੜੇ ਨੇ ਉਹ ਸਹਾਇਤਾ ਕਰਦੇ ਨੇ। ਤੇ ਸਤਿਗੁਰੂ ਮਹਾਰਾਜ ਭਗਤ ਕਬੀਰ ਜੀ ਪਾਵਨ ਬਾਣੀ ਦੇ ਰਹਾਉ ਵਾਲਾ ਬੰਦ ਜੋ ਆਪਾਂ ਪਹਿਲਾਂ ਵੀ ਵਿਚਾਰ ਚੁੱਕੇ ਹਾਂ, ਇੱਕ ਵਾਰ ਫਿਰ ਆਪਾਂ ਵਿਚਾਰੀਏ। ਕਵਣ ਸੋ ਮਨ ਜੋ ਮਨ ਮਾਰੇ, ਮਨ ਕੋ ਮਾਰ ਕਹੋ ਕਿਸ ਤਾਰੇ। ਕਵਣ ਸੋ ਮਨ, ਮਨ ਦਾ ਮਤਲਬ ਸ੍ਰੇਸ਼ਟ ਪੁਰਸ਼ ਉਹ ਕੌਣ ਹੈ ਜੋ ਮਨ ਨੂੰ ਮਾਰਦਾ ਹੈ। ਮਨ ਕੋ ਮਾਰ, ਮਨ ਨੂੰ ਮਾਰ ਕਰਕੇ ਉਹ ਫਿਰ ਕਿਸ ਨੂੰ ਉਤਾਰਦਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਭੈਰੋ ਰਾਗ ਦੇ ਅੰਦਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੋ ਮਨ ਜੇ ਮਨ ਕੀ ਦੁਬਿਧਾ ਮਾਰੇ, ਉਹ ਸ੍ਰੇਸ਼ਟ ਮੁਨੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਮਨ ਦੀ ਦੁਬਿਧਾ, ਭਾਵ ਇੱਕ ਮਨ ਜਿਹੜਾ ਪ੍ਰਕਾਸ਼ਮਈ ਹੈ, ਇੱਕ ਜਿਹੜਾ ਹੈ ਅੰਧਕਾਰ ਹੈ, ਤੇ ਦੂਜੇ ਇਹਨਾਂ ਦੇ ਵਿੱਚ ਦੁਬਿਧਾ ਖਤਮ ਹੋਵੇ, ਇਹਨੂੰ ਪਤਾ ਲੱਗ ਜਾਏ ਵੀ ਮੈਂ ਪ੍ਰਕਾਸ਼ਮਈ ਮਨ ਦੇ ਨਾਲ ਜੀਵਨ ਜਿਉਣਾ ਹੈ। ਸੋ ਮਨ ਜੇ ਮਨ ਕੀ ਦੁਬਿਧਾ ਮਾਰੇ, ਦੁਬਿਧਾ ਮਾਰ ਬ੍ਰਹਮ ਵਿਚਾਰੇ। ਜਦੋਂ ਦੁਬਿਧਾ ਖਤਮ ਹੋ ਗਈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਬ੍ਰਹਮ ਪਰਮੇਸ਼ਰ ਨੂੰ ਜਿਹੜਾ ਹੈ ਇਹ ਪਛਾਣ ਲਏਗਾ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੋ ਨਿਦ ਪਾਈ। ਜਦੋਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਕੋਈ ਇਸ ਮਨ ਨੂੰ ਖੋਜ ਲਵੇਗਾ, ਤੇ ਮਨ ਖੋਜਣ ਦੇ ਨਾਲ ਕੀ ਹੋਵੇਗਾ, ਉਹ ਪਰਮੇਸ਼ਰ ਦਾ ਨੌ ਨਿਧ ਰੂਪੀ ਨਾਮ ਜਿਹੜਾ ਹੈ ਉਹ ਪ੍ਰਾਪਤ ਕਰ ਲਏਗਾ। ਇਸੇ ਸੰਬੰਧ ਦੇ ਵਿੱਚ ਬਾਬਾ ਰਵਿਦਾਸ ਜੀ ਵੀ ਸਾਡੇ ਸਨਮੁਖ ਬੜੀ ਪਿਆਰੀ ਵਿਚਾਰ ਰੱਖਦੇ ਨੇ। ਬਾਬਾ ਰਵਿਦਾਸ ਜੀ ਕਹਿੰਦੇ ਨੇ ਸੋ ਮਨ ਕੀ ਦੁਬਿਧਾ ਖਾਏ। ਦੁਬਿਧਾ ਦਾ ਭਾਵ ਮੇਰ ਤੇਰ ਜਿਹੜੀ ਹੈ ਉਹ ਖਤਮ ਕਰ ਦਿੰਦਾ ਹੈ। ਜਿਹੜਾ ਵੀ ਸ੍ਰੇਸ਼ਟ ਮੁਨੀ ਮਨ ਦੀ ਇਸ ਮੇਰ ਤੇਰ ਨੂੰ ਖਤਮ ਕਰ ਲੈਂਦਾ ਹੈ। ਬਿਨ ਦੁਆਰੀ ਤ੍ਰਹਿ ਲੋਕ ਸਮਾਏ। ਤ੍ਰਹਿ ਲੋਕ ਦਾ ਮਤਲਬ ਜਿਹੜਾ ਪਰਮੇਸ਼ਰ ਤਿੰਨਾਂ ਲੋਕਾਂ ਦੇ ਵਿੱਚ ਵਸਿਆ ਹੋਇਆ ਹੈ, ਉਹਦੇ ਵਿੱਚ ਉਹ ਸਮਾ ਜਾਂਦਾ ਹੈ। ਮਨ ਕਾ ਸੁਭਾਉ ਸਭ ਕੋਈ ਕਰੇ। ਹਰੇਕ ਜੀਵ ਜਿਹੜਾ ਹੈ ਉਹ ਮਨ ਦੇ ਸੁਭਾਅ ਦੇ ਨਾਲ ਜਿਹੋ ਜਿਹੇ ਉਹਦੇ ਕਰਮਾਂ ਦੇ ਸੰਸਕਾਰ ਬਣਦੇ ਨੇ, ਵਿਚਾਰਾਂ ਦੇ ਸੰਸਕਾਰ ਬਣਦੇ ਨੇ, ਉਸ ਹਿਸਾਬ ਦੇ ਨਾਲ ਚੱਲਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਰਤਾ ਹੋਏ ਸੋ ਅਨ ਭੈ ਰਹੇ। ਤੇ ਸਤਿਗੁਰੂ ਮਹਾਰਾਜ ਪਹਿਲੇ ਬੰਦ ਦੇ ਅੰਦਰ ਸਾਡੇ ਸਨਮੁਖ ਵਿਚਾਰ ਰੱਖਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨ ਕਾ ਸੁਭਾਉ ਮਨੇ ਵਿਆਪੀ, ਮਨੈ ਮਾਰ ਕਵਣ ਸਿੱਧ ਥਾਪੀ। ਸਤਿਗੁਰੂ ਮਹਾਰਾਜ ਕਹਿੰਦੇ ਮਨ ਕਾ ਸੁਭਾਉ, ਇਹ ਮਨ ਦਾ ਸੁਭਾਅ ਹੈ
ਜੀਵ ਦਾ ਅੰਦਰਲੀ ਇਹਦੀ ਲਗਨ ਹੈ, ਤੇ ਉਹ ਲਗਨ ਕੀ ਹੈ ਕਿ ਇਹ ਮਨ ਦੇ ਪਿੱਛੇ ਚੱਲਦਾ ਹੈ, ਮਨ ਇਹਦੇ ਉੱਤੇ ਪ੍ਰਭਾਵ ਪਾਉਂਦਾ ਹੈ, ਮਨ ਦੇ ਉੱਤੇ ਇਹ ਪ੍ਰਭਾਵ ਪਾਉਂਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਮਨੇ ਮਾਰ, ਮਨ ਨੂੰ ਮਾਰ ਕੇ ਕਵਣ ਸਿੱਧ ਥਾਪੀ। ਸਿੱਧ ਦਾ ਮਤਲਬ ਹੁੰਦਾ ਸਫਲਤਾ। ਕਿਹੜੀ ਸਫਲਤਾ ਜਿਹੜੀ ਹੈ ਉਹ ਕਾਇਮ ਕੀਤੀ ਜਾ ਸਕਦੀ ਹੈ। ਮਨੇ ਮਾਰ ਕਵਣ ਸਿੱਧ ਥਾਪੀ, ਕਿਹੜੀ ਜਿਹੜੀ ਸਫਲਤਾ ਜਿਹੜੀ ਹੈ ਉਹ ਕਾਇਮ ਕੀਤੀ ਜਾ ਸਕਦੀ ਹੈ। ਤੇ ਸਤਿਗੁਰੂ ਮਹਾਰਾਜ ਫਿਰ ਦੂਸਰੇ ਬੰਦ ਦੇ ਵਿੱਚ ਕਹਿੰਦੇ ਨੇ, ਮਨ ਅੰਤਰ ਬੋਲੇ ਸਭ ਕੋਈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਮਨ ਅੰਤਰ ਬੋਲੇ ਸਭ ਕੋਈ। ਮਨ ਦੇ ਅੰਦਰ, ਮਨ ਦੇ ਅਸਰ ਦੇ ਨਾਲ ਜਿਹੜਾ ਹੈ, ਮਨ ਦਾ ਪ੍ਰੇਰਿਆ ਹੋਇਆ ਜਿਹੜਾ ਹੈ, ਮਨ ਅੰਤਰ ਬੋਲੇ ਸਭ ਕੋਈ। ਮਨ ਦੇ ਅਸਰ ਦੇ ਅਧੀਨ ਜਿਹੜਾ ਹੈ ਮਨੁੱਖ ਬੋਲਦਾ ਹੈ। ਜਿਹੋ ਜੇ ਚੰਗੇ ਹੋਵਣ ਜਾਂ ਇਹਦੇ ਮੰਦੇ ਕਰਮ ਹੋਵਣ, ਉਸ ਹਿਸਾਬ ਦੇ ਨਾਲ ਉਹਨਾਂ ਦੀ ਪ੍ਰੇਰਨਾ ਜਿਹੜੀ ਹੈ ਉਹ ਮਨ ਨੂੰ ਮਿਲਦੀ ਰਹਿੰਦੀ ਹੈ। ਮਨ ਅੰਤਰ ਬੋਲੇ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਈ। ਹੁਣ ਸਤਿਗੁਰੂ ਮਹਾਰਾਜ ਭਗਤ ਕਬੀਰ ਜੀ ਨੇ ਇੱਥੇ ਸਪਸ਼ਟ ਕਰ ਦਿੱਤਾ ਵੀ ਮਨ ਨੂੰ ਵਸ ਕੀਤੇ ਤੋਂ ਬਗੈਰ ਉਸ ਪਰਮੇਸ਼ਰ ਦੀ ਜਿਹੜੀ ਹੈ ਉਹ ਬੰਦਗੀ ਜਿਹੜੀ ਹੈ, ਭਗਤੀ ਜਿਹੜੀ ਹੈ ਉਹ ਨਹੀਂ ਹੋ ਸਕਦੀ। ਤੇ ਉਹ ਫਿਰ ਮਨ ਜਿਹੜਾ ਵਸ ਵਿੱਚ ਕਰਨਾ ਹੈ, ਮਨ ਜਿਹੜਾ ਆਪਣੇ ਅਧੀਨ ਕਰਨਾ ਹੈ, ਮਨ ਮਾਰੇ। ਉਹ ਮਨ ਕਿਵੇਂ ਮਾਰਨਾ ਹੈ? ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਫਿਰ ਸਾਡੀ ਅਗਵਾਈ ਸਾਡੇ ਅੱਗੇ ਰੱਖਦੇ ਨੇ। ਸਾਹਿਬ ਕਹਿੰਦੇ ਨੇ, ਮਨਮੁਖ ਅੰਤਰ ਭਗਤ ਨਾ ਹੋਈ। ਵੀ ਜਿਹੜਾ ਮਨਮੁਖ ਹੈ, ਮਨਮੁਖ ਦਾ ਅਖਰੀ ਅਰਥ ਹੁੰਦਾ ਵੀ ਮਨ ਦੇ ਪਿੱਛੇ ਚੱਲਣ ਵਾਲਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਮਨ ਦੇ ਪਿੱਛੇ ਚੱਲਦਾ ਹੈ ਉਹਦੇ ਜੀਵਨ ਦੇ ਵਿੱਚ ਭਗਤ ਭਾਵ ਪਰਮੇਸ਼ਰ ਦੀ ਆਰਾਧਨਾ ਨਹੀਂ ਹੈ। ਮਨਮੁਖ ਅੰਤਰ ਭਗਤ ਨਾ ਹੋਈ, ਗੁਰਮੁਖ ਭਗਤ ਸ਼ਾਂਤ ਸੁਖ ਹੋਈ। ਦੂਸਰੀ ਗੱਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰਮੁਖ ਆ, ਕਿਉਂਕਿ ਗੁਰਬਾਣੀ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਮਨਮੁਖ, ਗੁਰਮੁਖ, ਕੁਚੱਜੀ, ਸੁਚੱਜੀ ਅਨੇਕਾਂ ਨਾਵਾਂ ਦੇ ਨਾਲ ਮਨੁੱਖ ਨੂੰ ਸੰਬੋਧਨ ਕੀਤਾ। ਤੇ ਉਹ ਮਨੁੱਖ ਨੂੰ ਜਿਹੜਾ ਸੰਬੋਧਨ ਕੀਤਾ, ਜਿਵੇਂ ਮਨਮੁਖ ਤੇ ਗੁਰਮੁਖ ਇਹ ਸ਼ਬਦ ਦੋ ਵਰਤ ਕੇ ਕੀਤਾ, ਉਹ ਮਨ ਦੇ ਸੁਭਾਅ ਦੇ ਅਨੁਸਾਰ ਸਤਿਗੁਰੂ ਮਹਾਰਾਜ ਨੇ ਕਹਿ ਕੇ ਸਾਡੇ ਸਨਮੁਖ ਇਹ ਨਾਮ ਰੱਖੇ ਨੇ। ਮਨਮੁਖ ਮਨ ਦੇ ਪਿੱਛੇ ਤੁਰਨ ਵਾਲਾ, ਤੇ ਗੁਰਮੁਖ ਜਿਹੜਾ ਹੈ ਉਹ ਗੁਰੂ ਵਾਲੇ ਪਾਸੇ ਤੁਰਨ ਵਾਲਾ, ਗੁਰੂ ਦੀ ਕਿਰਪਾ, ਗੁਰੂ ਦੇ ਬਚਨਾਂ ਦੇ ਉੱਤੇ ਤੁਰਨ ਵਾਲਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਮਨਮੁਖ ਜਿਹੜਾ ਹੈ ਉਹਦੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਆਰਾਧਨਾ ਨਹੀਂ, ਭਗਤੀ ਨਹੀਂ ਹੋ ਸਕਦੀ। ਤੇ ਗੁਰਮੁਖ ਜਿਹੜਾ ਹੈ ਉਹ ਪਰਮੇਸ਼ਰ ਦੀ ਭਗਤੀ ਕਰਕੇ ਆਪਣੇ ਜੀਵਨ ਦੇ ਅੰਦਰ ਸੁੱਖ ਤੇ ਸ਼ਾਂਤ ਜਿਹੜੀ ਹੈ ਉਹ ਪ੍ਰਾਪਤ ਕਰ ਲੈਂਦਾ ਹੈ। ਮਨਮੁਖ ਅੰਤਰ ਭਗਤ ਨਾ ਹੋਈ, ਗੁਰਮੁਖ ਭਗਤ ਸ਼ਾਂਤ ਸੁਖ ਹੋਈ। ਉਹਨੂੰ ਅੰਦਰ ਜੀਵਨ ਦੇ ਅੰਦਰ ਭਟਕਣਾ ਖਤਮ ਹੋ ਜਾਂਦੀ ਹੈ, ਸੁਖ ਪ੍ਰਾਪਤ ਹੋ ਜਾਂਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਮਨ ਮਾਰੇ ਧਾਤ ਮਰ ਜਾਏ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ, ਵੀ ਜਿਹੜਾ ਮਨ ਦੇ ਉੱਤੇ ਕਾਬੂ ਪਾ ਲੈਂਦਾ ਹੈ, ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਧਾਤ ਮਰ ਜਾਏ। ਧਾਤ ਦਾ ਮਤਲਬ ਭਟਕਣਾ, ਉਹਦੀ ਭਟਕਣਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਬਿਨ ਮੂਏ ਕੈਸੇ ਹਰ ਪਾਏ। ਬਿਨਾਂ ਇਸ ਮਨ ਨੂੰ ਵਸ ਕੀਤਿਆਂ ਉਹ ਹਰੀ ਨੂੰ ਕਿੱਦਾਂ ਆਪਾਂ ਪ੍ਰਾਪਤ ਕਰਾਂਗੇ? ਮਨ ਮਾਰੇ दारू ਜਾਣੇ ਕੋਏ। ਮਨ ਮਾਰਦਿਆਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਦਵਾਈ ਜਿਹੜੀ ਹੈ ਉਹ ਜਾਣ ਲੈਂਦਾ ਹੈ। ਮਨ ਸ਼ਬਦ ਮਰੇ ਬੂਝੇ ਜਨ ਸੋਏ। ਤੇ ਇਹ ਮਨ ਜਿਹੜਾ ਹੈ ਉਹ ਸ਼ਬਦ ਦੇ ਰਾਹੀਂ ਵਸ ਦੇ ਵਿੱਚ ਕੀਤਿਆਂ ਉਹ ਸੇਵਕ ਜਿਹੜਾ ਹੈ ਉਹ ਜਾਣ ਲੈਂਦਾ ਹੈ ਵੀ ਪਰਮੇਸ਼ਰ ਨੂੰ ਜਿਹੜਾ ਹੈ ਇਵੇਂ ਅਸੀਂ ਪ੍ਰਾਪਤ ਕਰ ਸਕਦੇ ਹਾਂ। ਤੇ ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਸਾਡੀ ਅਗਵਾਈ ਕਰਦਿਆਂ ਕਹਿੰਦੇ ਨੇ, ਬਿਨ ਮਨ ਮਾਰੇ ਕੋਈ ਨਾ ਸਿਜਈ, ਵੇਖੋ ਕੋ ਲਿਵ ਲਾਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਆਪਣੀ ਮਨ ਅੰਦਰ ਝਾਤ ਮਾਰ ਕੇ ਵੇਖ, ਆਪਣੀ ਲਿਵ ਨੂੰ ਇੱਕ ਥਾਂ ਟਿਕਾ ਕੇ ਵੇਖ, ਲਿਵ ਲਾਏ, ਵੇਖ ਲਿਵ ਲਾ ਕੇ, ਵੀ ਬਿਨ ਮਨ ਮਾਰੇ ਕੋਈ ਨਾ ਸਿਜਈ। ਵੀ ਬਿਨਾ ਮਨ ਨੂੰ ਕਾਬੂ ਕੀਤਿਆਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਤੇਰੀ
ਕਮਾਈ ਜਿਹੜੀ ਹੈ, ਤੇਰੀ ਘਾਲਣਾ ਕਿ ਜਿਹੜੀ ਹੈ ਉਹ ਥਾਂ ਨਹੀਂ ਜੇ ਪੈਣੀ। ਹੁਣ ਸਤਿਗੁਰੂ ਮਹਾਰਾਜ ਨੇ ਇੱਥੇ ਫਿਰ ਇੱਕ ਵਾਰ ਸਾਡੇ ਸਨਮੁਖ ਉਹੀ ਗੱਲ ਰੱਖ ਦਿੱਤੀ ਵੀ ਜਿਹੜੇ ਲੋਕ ਵੱਖ-ਵੱਖ ਹੋਰ ਤਰ੍ਹਾਂ ਯਤਨ ਕਰਦੇ ਸਨ, ਭੇਖ ਧਾਰੀ ਤੀਰਥੀ ਭਵ ਥਕੈ, ਨਾ ਇਹ ਮਨ ਮਾਰਿਆ ਜਾਏ। ਭੇਖ ਧਾਰੀ, ਜਿਹੜੇ ਭੇਖ ਧਾਰਨ ਕਰਦੇ ਸਨ, ਸਰੀਰ ਦੇ ਉੱਤੇ ਸੁਆਹ ਮਲਦੇ ਸਨ, ਨਿਸ਼ਾਨ ਖੁਦਵਾ ਲੈਂਦੇ ਸਨ, ਹੋਰ ਅਨੇਕ ਕਿਰਿਆਵਾਂ ਕਰਦੇ ਸਨ, ਜਟਾਂ ਵਧਾ ਲੈਂਦੇ ਸਨ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਭੇਖ ਧਾਰੀ ਜਿਹੜੇ ਨੇ ਉਹ ਵੀ ਪਰਮੇਸ਼ਰ ਨੂੰ ਨਹੀਂ ਜੇ ਪਾ ਸਕਦੇ, ਭਾਵ ਮਨ ਨੂੰ ਨਹੀਂ ਮਾਰ ਸਕਦੇ। ਤੀਰਥੀ ਭਾਵ ਤੀਰਥਾਂ ਦੇ ਉੱਤੇ ਜਾਣ ਵਾਲੇ, ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਵਾਲੇ ਭਾਵ ਥੱਕ ਜਾਂਦੇ ਨੇ, ਨਾ ਇਹ ਮਨ ਮਾਰਿਆ ਜਾਏ, ਤੇ ਉਹ ਆਪਣੇ ਮਨ ਨੂੰ ਜਿਹੜਾ ਹੈ ਉਹ ਮਾਰ ਨਹੀਂ ਸਕਦੇ। ਕਿਉਂਕਿ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸਨਮੁਖ ਉਹਨਾਂ ਦੇ ਜੀਵਨ ਦਾ ਇੱਕ ਲੰਬਾ ਤਜਰਬਾ ਸੀ, ਤੀਰਥਾਂ ਦੇ ਉੱਤੇ ਇਸ਼ਨਾਨ ਕਰਕੇ ਤੇ ਇਸ ਕੁਝ ਪ੍ਰਾਪਤੀ ਦੇ ਵਾਸਤੇ। ਕਿਉਂਕਿ ਸਤਿਗੁਰੂ ਮਹਾਰਾਜ ਨੂੰ ਜਿਹੜਾ ਹੈ ਉਹ ਕੁਝ ਵੀ ਪ੍ਰਾਪਤ ਨਹੀਂ ਹੋਇਆ, ਤੇ ਉਹਨਾਂ ਦੇ ਕੋਲੋਂ ਜਦੋਂ ਪੁੱਛਿਆ ਗਿਆ ਵੀ ਸਤਿਗੁਰੂ ਮਹਾਰਾਜ ਤੁਹਾਨੂੰ ਆਨੰਦ ਕਿੱਥੋਂ ਪ੍ਰਾਪਤ ਹੋਇਆ, ਤੇ ਸਤਿਗੁਰੂ ਮਹਾਰਾਜ ਨੇ ਸਪਸ਼ਟ ਕਰ ਦਿੱਤਾ ਵੀ ਇਹ ਆਨੰਦ ਜਿਹੜਾ ਹੈ ਉਹ ਮੈਨੂੰ ਸਤਿਗੁਰੂ ਦੇ ਕੋਲੋਂ ਪ੍ਰਾਪਤ ਹੋਇਆ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇਹ ਮੈਨੂੰ ਸਤਿਗੁਰੂ ਦੇ ਕੋਲੋਂ ਪ੍ਰਾਪਤ ਹੋਇਆ। ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ, ਹੋਰ ਦਾਨ ਪੁੰਨ ਕਰਨ ਦੇ ਨਾਲ ਇਹ ਮੈਨੂੰ ਪ੍ਰਾਪਤ ਨਹੀਂ ਹੋਇਆ ਆਨੰਦ। ਇਹ ਸਤਿਗੁਰੂ ਮਹਾਰਾਜ ਕਹਿੰਦੇ ਨੇ ਭੇਖ ਧਾਰੀ ਤੀਰਥੀ ਜਿਹੜੇ ਨੇ ਇਹੋ ਜਿਹੇ ਕਰਮ ਕਰਨ ਵਾਲੇ ਮਨ ਨੂੰ ਨਹੀਂ ਮਾਰ ਸਕਦੇ। ਗੁਰਮੁਖ ਇਹ ਮਨ ਜੀਵਤ ਮਰੈ, ਸੱਚ ਰਹੇ ਲਿਵਲਾਏ। ਇਸ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ, ਕਿਉਂਕਿ ਇਸ ਮਨ ਨੂੰ ਜਿਵੇਂ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ, ਡੱਕਣ ਦੀ ਕੋਸ਼ਿਸ਼ ਕੀਤੀ ਵੀ ਸੰਸਾਰ ਦੇ ਵਿੱਚੋਂ ਹੀ ਭੱਜ ਜਾਓ, ਕਿਉਂਕਿ ਸੰਸਾਰ ਦੇ ਵਿੱਚ ਵਿਕਾਰ ਸਨ, ਤੇ ਸਤਿਗੁਰੂ ਮਹਾਰਾਜ ਨੇ ਕਹਿ ਦਿੱਤਾ ਵੀ ਨਹੀਂ, ਇਸ ਤਰ੍ਹਾਂ ਸੰਸਾਰ ਦੇ ਵਿੱਚੋਂ ਭੱਜਣ ਦੇ ਨਾਲ ਤੁਸੀਂ ਵਿਕਾਰਾਂ ਨੂੰ ਜਿਹੜਾ ਹੈ ਉਹ ਆਪਣੇ ਵੱਸ ਦੇ ਵਿੱਚ ਨਹੀਂ ਕਰ ਸਕਦੇ। ਸਤਿਗੁਰੂ ਮਹਾਰਾਜ ਨੇ ਇਹ ਗੱਲ ਕਹਿ ਦਿੱਤੀ, ਪੁਅਰ ਤਾਪ ਗੇਰੀ ਕੇ ਵਸਤਰਾ, ਆਪਣਾ ਤੇ ਮਾਰਿਆ ਗ੍ਰਹਿ ਤੇ ਨਸਤਾ, ਦੇਸ਼ ਛੋੜ ਪਰਦੇਸੇ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਪੰਜ ਚੰਡਾਲ, ਪੰਜ ਵਿਕਾਰ ਜਿਹੜੇ ਸਨ ਉਹ ਨਾਲੀ ਚੁੱਕੀ ਫਿਰਦਾ ਸੀ, ਤੇ ਜਿਹੜੀ ਚੀਜ਼ ਛੱਡਣੀ ਸੀ ਉਹ ਛੱਡੀ ਨਹੀਂ, ਤੇ ਜਿਹੜੀ ਚੀਜ਼ ਨਹੀਂ ਛੱਡਣੀ ਸੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਉਹ ਚੀਜ਼ ਜਿਹੜੀ ਹੈ ਇਹ ਛੱਡ ਚੁੱਕਿਆ। ਭਾਵ ਦੇਸ਼ ਛੋੜ ਪਰਦੇਸੇ ਆਇਆ, ਆਪਣਾ ਦੇਸ਼ ਭਾਵ ਗ੍ਰਸਤੀ ਮਾਰਗ ਘਰ-ਬਾਰ ਉਹਨੂੰ ਛੱਡ ਦਿੱਤਾ, ਤੇ ਇਹ ਵਿਦੇਸ਼ ਜੰਗਲਾਂ ਦੇ ਵਿੱਚ ਆ ਗਿਆ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਸ ਤਰ੍ਹਾਂ ਨਹੀਂ ਜੇ ਕੁਝ ਵੀ ਹੋਣਾ। ਗੁਰਮੁਖ ਇਹ ਮਨ ਜੀਵਤ ਮਰੇ, ਇਹ ਸੰਸਾਰ ਦੇ ਵਿੱਚ ਰਹਿੰਦਿਆਂ ਵਿਕਾਰਾਂ ਦੇ ਉੱਤੇ ਕਾਬੂ ਪਾਉਣਾ ਹੈ। ਸੱਚ ਰਹੇ ਲਿਵ ਲਾਏ, ਤੇ ਸੱਚੇ ਦੇ ਨਾਲ, ਪਰਮੇਸ਼ਰ ਦੇ ਨਾਲ ਲਿਵ ਜੋੜ ਕੇ ਰੱਖਣੀ ਹੈ, ਜਿਹਨੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ ਖਾਂਦਿਆਂ ਪਹਿਨਦਿਆਂ ਉੱਠਦਿਆਂ ਬੈਠਦਿਆਂ ਪਰਮੇਸ਼ਰ ਦੇ ਨਾਲ ਸੁਰਤ ਜੋੜ ਕਰਕੇ ਉਸ ਮਾਲਕ ਦੀ ਯਾਦ ਵਿੱਚ ਜ਼ਿੰਦਗੀ ਜਿਉਣੀ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਨਕ ਇਸ ਮਨ ਕੀ ਮਲ ਇਉਂ ਉਤਰੇ, ਹਉਮੈ ਸ਼ਬਦ ਜਲਾਏ। ਤੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਰ ਦੇ ਨਾਲ ਸੁਰਤ ਜੋੜਦਿਆਂ ਇਹ ਮਨ ਦੀ ਮੈਲ ਉਤਰ ਜਾਂਦੀ ਹੈ, ਤੇ ਸ਼ਬਦ ਦੇ ਰਾਹੀਂ ਹਉਮੈ ਜਿਹੜੀ ਹੈ ਉਹ ਜਲ ਜਾਂਦੀ, ਖਤਮ ਹੋ ਜਾਂਦੀ ਹੈ। ਤੇ ਭਗਤ ਕਬੀਰ ਜੀ ਅਖੀਰਲੇ ਬੰਦ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ, ਕਹੋ ਕਬੀਰ ਜੋ ਜਾਣੇ ਭਿਓ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਇਹ ਜਾਣ ਲੈਂਦਾ ਹੈ ਭੇਦ, ਉਹ ਭੇਦ ਕਿਹੜਾ, ਵੀ ਪਰਮੇਸ਼ਰ ਨੂੰ ਮਿਲਣਾ ਹੈ ਮਨ ਨੂੰ ਕਾਬੂ ਦੇ ਵਿੱਚ ਕਰਨ ਵਾਸਤੇ। ਕਾਬੂ ਕਰਕੇ ਮਨ ਨੂੰ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਹੈ, ਤੇ ਉਸ ਮਨ ਨੂੰ ਕਾਬੂ ਕਰਨ ਵਾਸਤੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੀ ਸਾਨੂੰ ਜਿਹੜਾ ਹੈ ਉਹ ਮਨ ਆਪਣਾ ਵੱਸ ਵਿੱਚ ਕਰਨਾ ਹੈ। ਤੇ ਬਾਬਾ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਜੋ ਜਾਣੇ ਭਿਓ, ਜਿਹੜਾ ਇਹ ਜਾਣ ਲੈਂਦਾ ਹੈ। ਤੇ ਜਾਣ ਕੀ ਲੈਂਦਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨ ਮੇਰਿਆ ਅੰਤਰ ਤੇਰੇ ਨਿਦਾਨ ਹੈ। ਉਹ ਖਜ਼ਾਨਾ ਜਿਹੜਾ ਤੇਰੇ ਅੰਦਰ ਹੀ ਹੈ, ਬਾਹਰ ਵਸਤ ਨਾ ਭਾਲ, ਬਾਹਰ ਜਾ ਕੇ ਉਹਨੂੰ ਖੋਜਣ ਦੀ ਲੋੜ ਨਹੀਂ ਹੈ। ਜਿਹਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵੀ ਕਹਿੰਦੇ ਨੇ, ਕਾਹੇ ਰੇ ਬਨ ਖੋਜਣ ਜਾਈ, ਵੀ ਤੂੰ ਜੰਗਲਾਂ ਦੇ ਵਿੱਚ ਖੋਜਣ ਵਾਸਤੇ ਤੁਰਿਆ ਹੈ। ਜੋ ਭਾਵੇ ਸੋ ਭੁੰਚ ਤੂੰ ਗੁਰਮੁਖ ਨਦਰ ਨਿਹਾਲ, ਤੂੰ ਉਹੀ ਆਪਣੀ ਖੁਰਾਕ ਬਣਾ ਜਿਹਦੇ ਨਾਲ ਇਹ ਮਨ ਜਿਹੜਾ ਹੈ ਉਹ ਵਸ ਦੇ ਵਿੱਚ ਆ ਜਾਵੇ। ਤੇ ਬਾਬਾ ਕਬੀਰ ਜੀ ਕਹਿੰਦੇ ਨੇ
कहो कबीर जो जाने पियो, मन मधुसूदन तिर भवन दियो। मन मधुसूदन तिर भवन दियो। मन जिहड़ा है ਉਹ ਜਿਵੇਂ ਮਧੂਸੂਦਨ ਨੂੰ ਮਾਰਨ ਵਾਲਾ, ਕਿਉਂਕਿ ਮਧੂਸੂਦਨ ਸ਼ਬਦ ਜਿਹੜਾ ਹੈ ਉਹ ਪਰਮੇਸ਼ਰ ਵਾਸਤੇ ਵਰਤਿਆ, ਮਧੂ ਦੈਂਤ ਨੂੰ ਮਾਰਨ ਵਾਲਾ। ਤ੍ਰਿਭਵਨ ਜਿਹੜਾ ਪਰਮੇਸ਼ਰ ਸਾਰੀਆਂ ਜਗ੍ਹਾ ਦੇ ਉੱਤੇ ਪ੍ਰਕਾਸ਼ਮਾਨ ਹੈ, ਜਿਹੜਾ ਤਿੰਨਾਂ ਲੋਕਾਂ ਦੇ ਵਿੱਚ ਪਰਮੇਸ਼ਰ ਪ੍ਰਕਾਸ਼ਮਾਨ ਹੈ, ਉਹ ਮਨ ਉਹਦੇ ਨਾਲ ਜੁੜ ਜਾਵੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨ ਕਾ ਸੁਭਾਉ ਸਦਾ ਬੈਰਾਗੀ। ਮਨ ਦਾ ਅਸਲ ਜਿਹੜਾ ਹੈ, ਅਸਲਾ ਜਿਹੜਾ ਹੈ ਉਹ ਪਰਮੇਸ਼ਰ ਹੀ ਹੈ, ਸਦਾ ਬੈਰਾਗੀ। ਭਾਵ ਉਹ ਪਰਮੇਸ਼ਰ ਜਿਹੜਾ ਨਿਰਅੰਜਨ ਹੈ, ਕਾਲਕ ਤੋਂ ਰਹਿਤ ਹੈ। ਸਭ ਮੈਂ ਵਸੇ ਅਤੀਤ ਅਨਰਾਗੀ, ਤੇ ਉਹ ਪਰਮੇਸ਼ਰ ਵਸਦਾ ਵੀ ਸਾਰਿਆਂ ਦੇ ਵਿੱਚ ਹੈ। ਕਹਿਤ ਨਾਨਕ ਜੋ ਜਾਣੇ ਪਿਓ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਇਹ ਜਾਣ ਲੈਂਦਾ ਹੈ ਭੇਦ, ਆਦਿ ਪੁਰਖ ਨਿਰੰਜਨ ਦਿਓ। ਉਹ ਆਦਿ ਪੁਰਖ ਨਿਰੰਜਨ ਪਰਮੇਸ਼ਰ ਦੇ ਨਾਲ ਜਿਹੜਾ ਹੈ ਉਹ ਮਿਲ ਜਾਂਦਾ ਹੈ। ਤੇ ਬਾਬਾ ਕਬੀਰ ਜੀ ਅਖੀਰਲੇ ਬੰਦ ਦੇ ਵਿੱਚ ਇਹੀ ਸਮਝਾਉਣਾ ਕਰਦੇ ਨੇ ਵੀ ਜਿਹੜਾ ਇਸ ਗੱਲ ਨੂੰ, ਭੇਦ ਨੂੰ ਸਮਝ ਲੈਂਦਾ ਹੈ ਕਿ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ, ਉਹਦੇ ਵਾਸਤੇ ਮਨ ਵਸ ਵਿੱਚ ਕਰਨਾ ਹੈ। ਮਨ ਵਸ ਵਿੱਚ ਆਇਆ ਪਰਮੇਸ਼ਰ ਦੇ ਨਾਲ ਸੁਰਤ ਜੋੜਿਆ ਹੀ ਉਹ ਪਰਮੇਸ਼ਰ ਜਿਹੜਾ ਹਰੇਕ ਜਗ੍ਹਾ ਦੇ ਉੱਤੇ ਰਮਿਆ ਹੋਇਆ ਹੈ, ਹਰੇਕ ਜਗ੍ਹਾ ਦੇ ਉੱਤੇ ਵਸਿਆ ਹੋਇਆ ਹੈ, ਉਹਦੇ ਨਾਲ ਸੁਰਤ ਜੋੜਿਆ ਉਹਦੀ ਪ੍ਰਾਪਤੀ ਜਿਹੜੀ ਹੈ ਉਹ ਹੋ ਸਕਦੀ ਹੈ। ਸਤਿਗੁਰੂ ਮਹਾਰਾਜ ਨੇ ਇਸ ਪਾਵਨ ਸ਼ਬਦ ਦੇ ਸਮੁੱਚੇ ਭਾਵ ਨੂੰ ਸਾਡੇ ਸਨਮੁਖ ਰੱਖਦਿਆਂ ਇਹੀ ਗੱਲ ਸਾਡੇ ਸਨਮੁਖ ਰੱਖੀ ਹੈ ਕਿ ਮਨ ਨੂੰ ਜਿਹੜਾ ਹੈ ਉਹ ਜਿਹੜੇ ਲੋਕ ਜੰਗਲਾਂ ਦੇ ਵਿੱਚ ਜਾਂ ਹੋਰ ਕਠਿਨ ਤਪੱਸਿਆਵਾਂ ਕਿਰਿਆਵਾਂ ਕਰਕੇ ਮਨ ਨੂੰ ਵਸ ਕਰਨਾ ਚਾਹੁੰਦੇ ਸਨ, ਵੀ ਉਸ ਤਰ੍ਹਾਂ ਮਨ ਵਸ ਕੀਤਿਆਂ ਤੁਹਾਡਾ ਕੁਝ ਨਹੀਂ ਸਵਾਰ ਸਕਦਾ। ਜੇ ਤੁਸੀਂ ਗੁਰੂ ਦੇ ਸ਼ਬਦ ਦੇ ਰਾਹੀਂ, ਉਸ ਪਰਮੇਸ਼ਰ ਦੀ ਕਿਰਪਾ ਦੇ ਰਾਹੀਂ ਮਨ ਦੇ ਅੰਦਰ ਸਤ ਸੰਗਤ ਜਿਹੜੀ ਚੰਗੇ ਵਿਚਾਰ ਪੇਸ਼ ਕਰਦੀ ਹੈ, ਸਾਡੇ ਹਿਰਦੇ ਦੇ ਅੰਦਰ ਪ੍ਰਵੇਸ਼ ਕਰਦੀ ਹੈ, ਉਹਦੇ ਰਾਹੀਂ ਮਨ ਨੂੰ ਜਿਹੜਾ ਹੈ ਉਹ ਵਸ ਕਰ ਲਓਗੇ ਤੇ ਫਿਰ ਤੁਹਾਡਾ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਵੇਗਾ। ਕਿਉਂਕਿ ਸਫਲ ਜੀਵਨ ਦੀ ਨਿਸ਼ਾਨੀ ਹੈ ਉਸ ਮਾਲਕ ਦੇ ਨਾਲ ਇੱਕ ਸੁਰਤਾ, ਉਸ ਮਾਲਕ ਦੇ ਨਾਲ ਇੱਕ ਮਿਕਤਾ ਜਿਹੜੀ ਹੈ, ਇਹ ਨਿਸ਼ਾਨੀ ਹੈ ਪਰਮੇਸ਼ਰ ਨੂੰ ਮਿਲਣ ਦੀ। ਇਹ ਜੀਵਨ ਦਾ ਮਨੋਰਥ ਹੈ। ਉਹ ਮਨੋਰਥ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨ ਨੂੰ ਵਸ ਕੀਤਿਆਂ ਉਹ ਪ੍ਰਾਪਤ ਹੋ ਜਾਵੇਗਾ। ਸਤਿਗੁਰ ਕਿਰਪਾ ਕਰੇ ਅਸੀਂ ਵੀ ਇਸ ਤਰ੍ਹਾਂ ਇਸ ਢੰਗ ਦੇ ਨਾਲ ਜਿਹੜਾ ਹੈ ਉਹ ਮਨ ਨੂੰ ਆਪਣੇ ਵਸ ਵਿੱਚ ਕਰਕੇ ਤੇ ਪਰਮੇਸ਼ਰ ਦੇ ਨਾਲ ਮਿਲਣ ਦੀ ਜਿਹੜੀ ਹੈ ਉਹ ਆਪਾਂ ਗੱਲ ਕਰੀਏ। ਸਤਿਗੁਰ ਕਿਰਪਾ ਕਰੇ ਸਮੁੱਚੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ।